वाहिगुरू जी का खालसा वाहिगुरू जी की फतेह। मानयोग मेरे भैन जी सतिंदर कौर जी ਜਿਹੜੇ ਸਵੀਡਿਸ਼ ਸਿੱਖ ਸੁਸਾਇਟੀ ਵੱਲੋਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਇੰਟਰੋਡਿਊਸ ਕੀਤਾ ਅਤੇ ਨਾਲ ਮੇਰੇ ਵੀਰ ਪੁਸ਼ਪਿੰਦਰ ਸਿੰਘ ਜੀ ਜੋ ਇੰਡੀਆ ਤੋਂ ਇਸ ਪ੍ਰੋਗਰਾਮ ਨੂੰ ਸਪੈਸ਼ਲ ਕਰਨ ਵਾਸਤੇ ਆਪ ਜੀ ਦੇ ਵਿਚਕਾਰ ਆਏ ਨੇ। ਇਹਨਾਂ ਵੱਲੋਂ ਜੋ ਇੰਟਰੋਡਕਸ਼ਨ ਹੋਈ ਹੈ ਲਿਵਿੰਗ ਟ੍ਰੈਜਰ ਦੀ, ਇਹ ਸਾਰਿਆਂ ਦਾ ਮੈਂ ਧੰਨਵਾਦੀ ਹਾਂ। ਆਪ ਸਾਰਿਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਇਤਨੇ ਸ਼ਾਰਟ ਟਾਈਮ ਵਿੱਚ ਇੰਨੇ ਸੋਹਣੇ ਢੰਗ ਦੇ ਨਾਲ ਇਹਨੂੰ ਲਿਖਿਆ ਅਤੇ ਅਸੀਂ ਰਲ ਕੇ ਕੋਈ ਗੁਰਬਾਣੀ ਦੀ ਸਾਂਝ ਕਰ ਸਕਦੇ ਹਾਂ। ਸਾਡਾ ਅੱਜ ਦਾ ਪ੍ਰੋਗਰਾਮ ਦਾ ਜਿਹੜਾ ਵਿਸ਼ਾ ਹੈ ਸੈਲਫਿਸ਼ਨੈਸ ਵਰਸਿਸ ਹੈਪੀਨੈਸ। ਬਹੁਤ ਸੌਖੇ ਦੋ ਲਫ਼ਜ਼ ਨੇ। ਇਹਨਾਂ ਅੱਖਰਾਂ ਨੂੰ ਜੇ ਬਿਆਨ ਕਰਨਾ ਹੋਏ ਤਾਂ ਬਹੁਤ ਆਸਾਨ ਹੈ। ਇੱਕ ਪਾਸੇ ਖੁਦਗਰਜ਼ੀ ਹੈ, ਇੱਕ ਪਾਸੇ ਖੁਸ਼ੀ ਹੈ। ਹਰ ਕਿਸੇ ਨੂੰ ਪਤਾ ਹੈ ਔਰ ਹਰ ਕੋਈ ਖੁਸ਼ ਹੋਣਾ ਚਾਹੁੰਦਾ ਹੈ। ਜਾਂ ਤੇ ਅਸੀਂ ਇੰਝ ਕਹਿ ਸਕਦੇ ਹਾਂ ਦੁਨੀਆ ਦਾ ਹਰ ਮਨੁੱਖ ਕਦੀ ਵੀ ਕੁਛ ਵੀ ਕਰਨਾ ਚਾਹੁੰਦਾ ਹੈ ਤਾਂ ਉਹਦੇ ਅਲਟੀਮੇਟਲੀ ਫਾਈਨਲ ਐਂਡ 'ਤੇ ਉਹ ਖੁਸ਼ੀ ਹੀ ਚਾਹੁੰਦਾ ਹੈ। ਐਵਰੀਬਾਡੀ ਇਜ਼ ਆਫਟਰ ਹੈਪੀਨੈਸ। ਭਾਵੇਂ ਅਸੀਂ ਜ਼ਿੰਦਗੀ ਦੇ ਕਿਸੇ ਵੀ ਉਮਰ ਦੇ ਪੜਾਅ 'ਤੇ ਹੋਈਏ ਔਰ ਅਸੀਂ ਜਿਸ ਮਰਜ਼ੀ ਮਜ਼ਹਬ ਦੇ ਹੋਈਏ ਔਰ ਜਿਸ ਜਗ੍ਹਾ ਮਰਜ਼ੀ ਰਹਿੰਦੇ ਹੋਈਏ, ਇਹ ਗੱਲ ਵੱਖਰੀ ਹੈ ਕਿ ਸਾਡੀ ਸਭ ਦੀ ਖੁਸ਼ੀ ਦਾ ਜੋ ਸਟੈਂਡਰਡ ਹੈ, ਜੋ ਡੈਫੀਨੇਸ਼ਨ ਹੈ, ਹਰ ਕਿਸੇ ਨੇ ਆਪੋ ਆਪਣੀ ਅਲੱਗ-ਅਲੱਗ ਬਣਾਈ ਹੋਈ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਸਦਾ ਵਿਗਾਸ ਵਾਲੀ ਅਵਸਥਾ, ਹਮੇਸ਼ਾ ਖੇੜੇ ਵਾਲੀ ਅਵਸਥਾ ਗੁਰਬਾਣੀ 'ਚੋਂ ਅਸੀਂ ਸਿੱਖਦੇ ਹਾਂ। ਅਤੇ ਇਹ ਜਿਹੜੀ ਪੰਕਤੀਆਂ ਮੈਂ ਆਪ ਨਾਲ ਸਾਂਝ ਕੀਤੀਆਂ ਜਪਜੀ ਸਾਹਿਬ ਦੀਆਂ ਪੰਕਤੀਆਂ ਨੇ। ਜਦੋਂ ਮੱਤ ਵਿੱਚ ਰਤਨ ਜਵਾਹਰ ਮਾਣਿਕ ਜਿਹੀ ਗੁਰ ਕੀ ਸਿੱਖ ਸੁਣੀ, ਸਾਨੂੰ ਬੜੀ ਕੀਮਤੀ ਰਤਨ ਜਵਾਹਰ ਮਾਣਿਕ ਵਰਗੀ ਅਕਲ ਆ ਜਾਂਦੀ ਹੈ ਜਦੋਂ ਅਸੀਂ ਇੱਕ ਵੀ ਗੱਲ ਗੁਰੂ ਸਾਹਿਬ ਦੀ ਸੁਣ ਲਈਏ। ਅਤੇ ਗੁਰਬਾਣੀ 'ਚ ਗੁਰੂ ਅਤੇ ਰੱਬ ਇੱਕੋ ਨੂੰ ਕਹਿੰਦੇ ਨੇ। ਗੁਰ ਪਰਮੇਸ਼ਰ ਏਕੋ ਜਾਨ। ਅਤੇ ਜੋ ਗੁਰੂ ਕਹਿੰਦਾ ਹੈ ਉਹ ਸੁਣ ਕੇ ਮੰਨ ਲੈਣਾ ਤਾਂ ਮੇਰੀ ਅਨਹੈਪੀਨੈਸ ਦੇ ਜਿਤਨੇ ਕਾਰਨ ਨੇ ਉਹ ਸਾਰੇ ਦੁੱਖ ਰੂਪੀ ਕਾਰਨ ਖਤਮ ਹੋ ਜਾਂਦੇ ਨੇ। ਗੁਰੂ ਪਾਤਸ਼ਾਹ ਕਹਿੰਦੇ ਨਾਨਕ ਭਗਤਾਂ ਸਦਾ ਵਿਕਾਸ, ਹਮੇਸ਼ਾ ਖੇੜਾ ਰਹਿੰਦਾ ਹੈ। ਕਦੋਂ? ਜਦੋਂ ਗੁਰੂ ਦੀ ਗੱਲ ਸੁਣਿਆ ਦੁੱਖ ਪਾਪ ਕਾ ਨਾਸ਼। ਇਸ ਪੰਕਤੀ ਮੁਤਾਬਕ ਦੁੱਖ ਪਾਪ ਹੋਇਆ। ਮੈਂ ਕੋਈ ਵੀ ਐਸਾ ਕੰਮ ਕਰਦਾ ਹਾਂ, ਕੋਈ ਵੀ ਐਸੀ ਗੱਲ ਕਰਦਾ ਹਾਂ ਜਾਂ ਸੋਚਦਾ ਵੀ ਹਾਂ, ਉਹਦੇ ਨਾਲ ਮੇਰਾ ਰੱਬ ਜੀ ਤੋਂ ਵਿਛੋੜਾ ਹੋ ਜਾਂਦਾ ਹੈ। ਔਰ ਗੁਰਬਾਣੀ ਮੁਤਾਬਕ ਰੱਬ ਜੀ ਤੋਂ ਵਿਛੋੜਾ ਸਭ ਤੋਂ ਵੱਡਾ ਦੁੱਖ ਹੈ। ਦੁੱਖ ਘਣੋ ਜਬ ਹੋਤੇ ਦੂਰ। ਜਦੋਂ ਮੈਂ ਰੱਬ ਜੀ ਤੋਂ ਵਿਛੜਿਆ, ਇਹ ਮੇਰਾ ਦੁੱਖ ਹੈ। ਆਮ ਤੌਰ 'ਤੇ ਲੋਕਾਂ ਦਾ ਦੁੱਖ ਹੁੰਦਾ ਹੈ ਅੱਜ ਗੈਸ ਨਹੀਂ ਹੈ, ਅੱਜ ਘਰ ਦੁੱਧ ਨਹੀਂ ਆਇਆ, ਅੱਜ ਨਾਸ਼ਤਾ ਨਹੀਂ ਬਣਿਆ, ਅੱਜ ਬੱਚਾ ਬਿਮਾਰ ਹੈ, ਅੱਜ ਮੇਰੀ ਤਬੀਅਤ ਖਰਾਬ ਹੈ। ਇਸ ਤਰੀਕੇ ਨਾਲ ਲੋਕਾਂ ਨੇ ਆਪਣੇ ਦੁੱਖ ਦੇ ਸਟੈਂਡਰਡ ਰੱਖੇ ਹੋਏ ਨੇ। ਗੁਰੂ ਪਾਤਸ਼ਾਹ ਕਹਿੰਦੇ ਨੇ ਸਭ ਤੋਂ ਵੱਡਾ ਕਾਰਨ ਹੈ ਤੇਰੇ ਐਸੇ ਖਿਆਲ ਜਿਨ੍ਹਾਂ ਦੇ ਕਾਰਨ ਤੂੰ ਰੱਬ ਜੀ ਤੋਂ ਵਿਛੜ ਜਾਂਦਾ ਹੈ। ਰੱਬ ਜੀ ਤੇਰੇ ਤੋਂ ਨਹੀਂ ਵਿਛੜੇ ਨੇ। ਤੇਰਾ ਦੁੱਖ ਦਾ ਕਾਰਨ ਬਣਦਾ ਹੈ ਜਦੋਂ ਤੂੰ ਆਪਣੇ ਖਿਆਲਾਂ ਨਾਲ
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਦੋਂ ਤੂੰ ਦੂਰ ਹੁੰਦਾ ਹੈ, ਦੂਰ ਮੀਨਸ ਜਦੋਂ ਆਪਣੀ ਜ਼ਿੰਦਗੀ ਚੋਂ ਰੱਬ ਨੂੰ, ਵਾਹਿਗੁਰੂ ਨੂੰ ਤੂੰ ਦੂਰ ਕਰ ਦਿੰਦਾ ਹੈ, ਐਜ਼ ਇਫ ਗੋਡ ਇਜ਼ ਐਬਸੈਂਟ। ਜਦੋਂ ਤੂੰ ਰੱਬ ਜੀ ਨੂੰ ਗੈਰ ਹਾਜ਼ਰ ਕਰਦਾ ਹੈ ਤਾਂ ਦੁੱਖ ਲੱਗਦਾ ਹੈ। ਇਹ ਦੁੱਖ ਤੈਨੂੰ ਅਸੰਤੋਖੀ ਕਰ ਦਿੰਦਾ ਹੈ, ਡਿਸਕੰਟੈਂਟਿਡ ਕਰ ਦਿੰਦਾ ਹੈ, ਤੇ ਤੂੰ ਪਾਪ ਦੀ ਅਵਸਥਾ 'ਚ ਪਹੁੰਚ ਜਾਂਦਾ ਹੈ। ਜੇ ਗੁਰੂ ਦੀ ਗੱਲ ਸੁਣ ਲਵੋ ਤਾਂ ਇਹ ਦੁੱਖ ਪਾਪ ਦਾ ਨਾਸ਼ ਹੋ ਸਕਦਾ ਹੈ। ਦੁੱਖ ਪਾਪ ਦਾ ਨਾਸ਼ ਹੋਣ ਦੇ ਨਾਲ ਫਾਇਦਾ ਕੀ ਹੁੰਦਾ ਹੈ? ਵਿਕਾਸ ਖੇੜਾ ਹੁੰਦਾ ਹੈ। ਸੋ ਸਾਡਾ ਖੇੜਾ ਖੁਸ਼ੀ ਕਿਹੜੀਆਂ ਕਿਹੜੀਆਂ ਗੱਲਾਂ ਕਾਰਨ ਅਸੀਂ ਪ੍ਰਾਪਤ ਹੀ ਨਹੀਂ ਕਰ ਪਾਉਂਦੇ। ਚਾਹੁੰਦਾ ਹਰ ਕੋਈ ਖੁਸ਼ੀ ਹੈ, ਲੇਕਿਨ ਖੁਸ਼ੀ ਚਲੀ ਜਾਂਦੀ ਹੈ, ਖੁਸ਼ੀ ਨੇੜੇ ਨਹੀਂ ਟੁਕਦੀ ਹੈ। ਜਾਂ ਜੇ ਖੁਸ਼ੀ ਆਈ ਤਾਂ ਮੈਂ ਇੱਕਦਮ ਆਪਣੀ ਖੁਸ਼ੀ ਵਿੱਚ ਕੰਡੇ ਬੀਜ ਲਏ, ਆਪਣੀ ਖੁਸ਼ੀ ਦੀ ਖੇਤੀ ਵਿੱਚ ਮੈਂ ਗੜੇ ਪਵਾ ਲਏ। ਉਹਨੂੰ ਕਹਿੰਦੇ ਨੇ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਆਪਣੀ ਗਲਤੀ, ਆਪਣੀ ਸੋਚਣੀ ਦੇ ਕਾਰਨ ਆਪਣੇ ਪੈਰਾਂ ਤੇ ਕੁਹਾੜਾ ਮਾਰ ਕੇ ਆਪਣੀ ਖੁਸ਼ੀ ਆਪ ਖਰਾਬ ਕਰ ਲਈ। ਖੁਸ਼ੀ ਸਾਡੇ ਸਭ ਵਾਸਤੇ ਇੰਜ ਨਹੀਂ ਹੈ ਕਿ ਕੋਈ ਬਣੀ ਬਣਾਈ ਚੀਜ਼ ਹੈ। ਖੁਸ਼ੀ ਇੰਜ ਨਹੀਂ ਹੈ ਕਿ ਜਿਵੇਂ ਪੀਲੇ ਰੰਗ ਦੀ ਹਰ ਚੀਜ਼ ਨੂੰ ਸੋਨਾ ਸਮਝ ਲਈਏ। ਔਰ ਤੁਸੀਂ ਸਾਰੇ ਪੜ੍ਹੇ ਲਿਖੇ ਹੋ, ਜਦੋਂ ਖਾਨਾਂ 'ਚੋਂ ਅਸੀਂ ਸੋਨਾ ਲੱਭਦੇ ਹਾਂ ਤੇ ਸੋਨਾ ਐਜ਼ ਇਟ ਇਜ਼ ਇੱਕ ਪੀਸ ਨਹੀਂ ਮਿਲ ਜਾਂਦਾ। ਮਿਹਨਤ ਕਰਕੇ ਸੋਨਾ ਉਸੇ ਖਾਨ ਦੀ ਮਿੱਟੀ ਵਿੱਚੋਂ ਪ੍ਰਾਪਤ ਕੀਤਾ ਜਾਂਦਾ ਹੈ। ਇੰਜ ਖੁਸ਼ੀ ਹੈ, ਸਾਡੇ ਨਿੱਕੇ ਨਿੱਕੇ ਰੋਜ਼ ਦੇ ਕਿਰਦਾਰ, ਸਾਡੇ ਨਿੱਕੇ ਨਿੱਕੇ ਖਿਆਲ ਅਤੇ ਸਾਡੇ ਰੋਜ਼ ਦੇ ਸੁਭਾਅ ਵਿੱਚੋਂ ਅਸੀਂ ਖੁਸ਼ੀ ਇਕੱਤਰ ਕਰਦੇ ਹਾਂ। ਤੇ ਉਹ ਖੁਸ਼ੀ ਸਦੀਵੀ ਕੈਚ ਕਿਵੇਂ ਕਰ ਸਕੀਏ? ਸਦਾ ਵਿਗਾਸ ਵਾਲੀ। ਗੁਰੂ ਪਾਤਸ਼ਾਹ ਕਹਿੰਦੇ ਨੇ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਸਦਾ ਵਿਗਾਸ ਹੋ ਸਕਦਾ ਹੈ। ਇਹ ਤੇ ਹੈ ਵਰਸਿਸ ਅੱਜ ਦੇ ਟੌਪਿਕ ਖੁਦਗਰਜ਼ੀ, ਸੈਲਫਿਸ਼ਨੈਸ। ਜੇਕਰ ਮੈਂ ਖੁਦਗਰਜ਼ ਹੋ ਜਾਂਦਾ ਹਾਂ, ਸੈਲਫਿਸ਼ ਹੋ ਜਾਂਦਾ ਹਾਂ, ਚਾਹੁੰਦਾ ਮੈਂ ਖੁਸ਼ੀ ਹਾਂ, ਲੇਕਿਨ ਖੁਦਗਰਜ਼ ਹੋਣ ਨਾਲ ਮੈਂ ਸੋਚਦਾ ਸੀ ਜਿਤਨਾ ਮੈਂ ਸੈਲਫਿਸ਼ ਹੋ ਕੇ, ਸੈਲਫ ਸੈਂਟਰਡ ਹੋ ਕੇ ਆਪਣੇ ਬਾਰੇ ਸੋਚਾਂਗਾ ਉਤਨਾ ਮੈਂ ਖੁਸ਼ ਹੋ ਜਾਵਾਂਗਾ, ਲੇਕਿਨ ਉਤਨਾ ਹੀ ਮੇਰੀ ਖੁਸ਼ੀ ਦਾ ਗਲਾ ਘੁੱਟ ਜਾਂਦਾ ਹੈ ਜਿਤਨਾ ਮੈਂ ਸੈਲਫਿਸ਼ ਹੁੰਦਾ ਜਾਂਦਾ ਹਾਂ, ਜਿਤਨਾ ਮੈਂ ਖੁਦਗਰਜ਼ ਹੁੰਦਾ ਜਾਂਦਾ ਹਾਂ। ਖੁਦਗਰਜ਼ ਇਨਸਾਨ ਨੂੰ ਆਪਣੇ ਦੁੱਖਾਂ ਵੱਲ ਧਿਆਨ ਪੈਂਦਾ ਰਹਿੰਦਾ ਹੈ। ਉਹ ਆਪਣੇ ਦੁੱਖਾਂ ਤੋਂ, ਆਪਣੀਆਂ ਪ੍ਰੋਬਲਮਸ ਤੋਂ ਮੁਕਤ ਨਹੀਂ ਹੋ ਪਾਉਂਦਾ ਹੈ। ਮੈਂ ਇੱਕ ਸਪੌਂਟੇਨੀਅਸ ਐਗਜ਼ਾਮਪਲ ਤੁਹਾਡੇ ਨਾਲ ਸਾਂਝ ਕਰਦਾ। ਅਸੀਂ ਸਭ ਜਾਣਦੇ ਹਾਂ ਕਿ ਪਿਛਲੇ ਸਾਲ ਕਸ਼ਮੀਰ ਵਿੱਚ ਫਲੱਡਸ ਆਏ। ਉਹ ਫਲੱਡਸ ਦੇ ਆਉਣ ਤੋਂ ਬਾਅਦ ਅਕਤੂਬਰ ਵਿੱਚ ਜਦੋਂ 26 ਦਿਨ ਉੱਥੇ ਪਾਣੀ ਤੀਜੀ ਮੰਜ਼ਿਲ ਤੱਕ ਰਿਹਾ, ਪਾਣੀ ਜਦੋਂ ਉਤਰ ਗਿਆ, ਅਸੀਂ ਉੱਥੇ ਲਿਵਿੰਗ ਟ੍ਰੇਜਰ ਵਾਲੇ ਕੁਝ ਸੱਜਣ ਗਏ। ਉਹਦੀ ਸਾਡੀ ਵੀਡੀਓ ਤੁਸੀਂ ਵੈਬਸਾਈਟ 'ਤੇ ਦੇਖ ਸਕਦੇ ਹੋ। thelivingtreasure.org ਦੀ ਵੈਬਸਾਈਟ 'ਤੇ ਉਹ ਵੀਡੀਓ ਲੱਗੀ ਹੋਈ ਹੈ, ਜਾਂ YouTube 'ਤੇ ਵੀ ਦੇਖ ਸਕਦੇ
ਅਸੀਂ ਉੱਥੇ ਜਾ ਕੇ ਦੇਖਿਆ ਕਿ ਲੋਕਾਂ ਦੇ ਘਰ ਉਜੜ ਗਏ, ਲੋਕਾਂ ਦੇ ਘਰ ਪਾਣੀ ਵਿੱਚ ਡੁੱਬੇ ਹੋਏ ਖਰਾਬ ਹੋ ਗਏ। ਸਰਕਾਰ ਨੇ ਬਾਹਰ ਆ ਕੇ ਲਿਖ ਦਿੱਤਾ, ਇਹ ਘਰ ਰਹਿਣ ਵਾਸਤੇ ਫਿੱਟ ਨਹੀਂ ਹੈ, ਡੇਂਜਰਸ ਹੈ। ਉਹਨੂੰ ਲੋਕੀ ਬਾਹਰ ਬੈਠ ਕੇ ਬਣਵਾਉਣ ਦਾ ਯਤਨ ਕਰ ਰਹੇ ਨੇ, ਲੇਬਰ ਨਹੀਂ ਹੈ, ਪੈਸੇ ਉਹਨਾਂ ਕੋਲ ਨਹੀਂ ਹਨ, ਬਿਲਡਿੰਗ ਮਟੀਰੀਅਲ ਜਿਹੜਾ ਹੈ ਉਹ ਨਹੀਂ ਮਿਲਦਾ, ਔਰ ਮਜ਼ਦੂਰ ਕੰਮ ਕਰਨ ਵਾਲੇ ਵੀ ਨਹੀਂ ਮਿਲ ਪਾ ਰਹੇ ਨੇ। ਉੱਤੋਂ ਠੰਡ ਵੱਧ ਰਹੀ ਹੈ ਔਰ ਖਾਣ ਪੀਣ ਦੀਆਂ ਚੀਜ਼ਾਂ ਦੀ ਬੜੀ ਮੁਸ਼ਕਿਲ। ਲੇਕਿਨ ਇਹਦੇ ਵਿੱਚ ਉੱਥੇ ਸ਼ਹੀਦ ਬੁੰਗਾ ਗੁਰਦੁਆਰਾ, ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਹੈਲਪ ਭੇਜੀ, ਉਹਦੇ ਨਾਲ ਗੁਰਦੁਆਰੇ ਵੱਲੋਂ ਹਿੰਦੂ, ਮੁਸਲਮਾਨ, ਸਿੱਖ, ਈਸਾਈ ਜੋ ਵੀ ਸਨ, ਬਿਨਾਂ ਵਿਤਕਰੇ ਤੋਂ ਸਭ ਨੂੰ ਕੁਛ ਨਾ ਕੁਛ ਹੈਲਪ ਦਿੱਤੀ ਜਾ ਰਹੀ ਸੀ। ਪਰ ਜਿਸ ਐਗਜ਼ਾਮਪਲ ਨੂੰ ਕੋਟ ਕਰਨ ਵਾਸਤੇ ਮੈਂ ਕਸ਼ਮੀਰ ਦਾ ਮੁੱਦਾ ਵਿੱਚ ਲੈ ਆਇਆ, ਸਬਜੈਕਟ ਕਿ ਕਸ਼ਮੀਰ ਫਲੱਡ ਆਇਆ ਤੇ ਕੀ ਹੋਇਆ, ਉਹ ਹੈ ਵੇ ਉੱਥੇ ਇੱਕ ਸਿੰਘ ਸਾਹਿਬ ਨੇ, ਬਾਬੂ ਜੀ, ਬਾਬੂ ਕਹਿੰਦੇ ਨੇ ਉਹਨਾਂ ਨੂੰ। ਅਸੀਂ ਬਾਬੂ ਨਾਲ ਗੱਲ ਕੀਤੀ। ਬਾਬੂ ਦੱਸਦਾ ਹੈ ਜਿੱਥੇ ਗੁਰਦੁਆਰੇ ਵਿੱਚ ਪਾਣੀ ਆਇਆ, ਉਸ ਗੁਰਦੁਆਰੇ ਤੋਂ 2 ਦੁਕਾਨਾਂ ਪਰੇ ਮੇਰੀ ਆਪਣੀ ਦੁਕਾਨ ਹੈ। ਬਾਬੂ ਦੀ ਦੁਕਾਨ ਦੇ ਅੰਦਰ ਕਰੀਬਨ 15 ਕੁ ਲੱਖ ਦਾ ਸਮਾਨ ਹੋਏਗਾ। ਸਾਰਾ ਸਮਾਨ ਡੁੱਬ ਗਿਆ। ਬਾਬੂ ਨੇ ਉਸ ਵੇਲੇ ਸੋਚਿਆ ਪਾਣੀ ਆ ਰਿਹਾ ਹੈ, ਮੇਰਾ ਫਰਜ਼ ਬਣਦਾ ਹੈ ਕਿ ਮੈਂ ਛੇਤੀ ਤੋਂ ਛੇਤੀ ਗੁਰਦੁਆਰੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਵੇ, ਮੈਂ ਉੱਥੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੱਖ ਆਸਨ ਕਰਕੇ ਮਹਿਫੂਜ਼ ਜਗ੍ਹਾ 'ਤੇ ਰੱਖ ਦਿਆਂ। ਸੋ ਬਾਬੂ ਆਪਣਾ ਇਹ ਕੰਮ ਕਰ ਰਿਹਾ ਸੀ। ਬਾਬੂ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਬਾਬੂ ਦਾ ਘਰ ਡੁੱਬ ਗਿਆ, ਜਾਂ ਬਾਬੂ ਦੇ ਪਰਿਵਾਰ ਵਾਲਿਆਂ ਦਾ ਕੀ ਬਣਿਆ, ਜਾਂ ਬਾਬੂ ਆਪਣੇ ਘਰ ਨਹੀਂ ਜਾ ਸਕਿਆ, ਜਾਂ ਬਾਬੂ ਦੀ ਆਪਣੀ ਦੁਕਾਨ ਡੁੱਬ ਗਈ। ਤਾਂ ਬਾਬੂ ਇਹ ਕਹਿੰਦਾ ਹੈ ਕਿ ਮੈਂ 26 ਦਿਨ ਆਪਣੇ ਘਰ ਗਿਆ ਹੀ ਨਹੀਂ। ਮੈਂ ਲੋਕਾਂ ਦੀ ਹੈਲਪ ਕਰਦਾ ਰਿਹਾ। ਜਿਹੜੇ ਲੋਕੀ ਮੁਸੀਬਤ ਵਿੱਚ ਡੁੱਬੇ ਹੁੰਦੇ ਨੇ, ਉਹਨਾਂ ਦੀ ਆਵਾਜ਼ ਹੁੰਦੀ ਹੈ, ਇਹ ਮੇਰੀ ਵਹੁਟੀ ਨੂੰ ਬਚਾ ਦਿਓ, ਇਹ ਮੇਰੇ ਪਿਓ ਨੂੰ ਬਚਾ ਦਿਓ, ਇਹ ਮੇਰੀ ਮਾਂ ਨੂੰ ਬਚਾ ਦਿਓ, ਇਹ ਮੇਰੇ ਬੱਚੇ ਨੂੰ ਬਚਾ ਦਿਓ। ਜਦੋਂ ਹੈਲੀਕਾਪਟਰ ਆਉਂਦਾ ਹੈ, ਆਰਮੀ ਆਉਂਦੀ ਹੈ, ਤੇ ਲੋਕੀ ਉਹਦੇ ਬਾਰੇ ਡਿਮਾਂਡ ਕਰਦੇ ਨੇ। ਹੁਣ ਜਿਹੜੇ ਆਰਮੀ ਵਾਲੇ ਆਏ, ਬਾਬੂ ਕਹਿੰਦਾ ਹੈ ਕਿ ਆਰਮੀ ਵਾਲਿਆਂ ਨੂੰ ਗਲੀਆਂ ਨਜ਼ਰ ਨਹੀਂ ਆ ਰਹੀਆਂ ਸੀ, ਕਿਉਂਕਿ ਪਾਣੀ 25, 30, 40 ਫੁੱਟ ਤੋਂ ਉੱਪਰ ਪਾਣੀ ਸੀ। ਪਰ ਬਾਬੂ ਕਿਉਂਕਿ ਬਚਪਨ ਤੋਂ ਉਹਨਾਂ ਗਲੀਆਂ ਵਿੱਚ ਰਿਹਾ ਹੋਇਆ, ਇਸ ਕਰਕੇ ਬਾਬੂ ਨੂੰ ਕੋਈ ਟਾਵੀਂ ਬਿਲਡਿੰਗ ਦੇ ਉੱਪਰ ਦੀ ਚੁੰਝ ਨਜ਼ਰ ਆਉਂਦੀ ਸੀ, ਅਤੇ ਬਾਬੂ ਕੁਡ ਮੇਕ ਆਊਟ ਕਿ ਕਿਹੜਾ ਘਰ ਕਿੱਥੇ ਹੈ। ਉਸ ਦੇ ਵਿੱਚ ਆਰਮੀ ਨਾਲ ਬਾਬੂ ਆਰਮੀ ਦੀ ਕਿਸ਼ਤੀ ਵਿੱਚ ਲੋਕਾਂ ਦੇ ਘਰ ਲੱਭ ਕੇ ਡੁੱਬੇ ਹੋਏ ਘਰਾਂ ਵਿੱਚ ਲੋਕਾਂ ਨੂੰ ਬਚਾ ਕੇ ਲਿਆਂਦਾ ਰਿਹਾ। ਇੱਕ ਸਾਡੇ ਲਿਵਿੰਗ ਟ੍ਰੈਜਰ ਦਾ ਮੈਂਬਰ ਹੈ ਦਾਰਾ, ਅਤੇ ਇੱਕ ਡਾਕਟਰ ਆਈ ਥਿੰਕ ਇੰਦਰਪ੍ਰੀਤ ਸਿੰਘ। ਇਹ ਸਾਰੇ 26 ਦਿਨ ਆਪਣੇ ਘਰ ਨਹੀਂ ਗਏ। ਪ੍ਰੋਬਲਮ ਇਹਨਾਂ ਨੂੰ ਵੀ ਸੀ। ਅਸੀਂ ਜਿਨ੍ਹਾਂ ਦੇ ਘਰ ਜਾ ਕੇ ਠਹਿਰੇ ਔਰ ਇਹ ਸਾਰੀ ਵੀਡੀਓ ਸ਼ੂਟ ਕਰਕੇ ਲਿਆਏ, ਉਹ ਸਾਡੇ ਇੱਕ ਵੀਰ ਉਬਰਾਏ ਜੀ। ਉਹ ਉਬਰਾਏ ਜੀ ਦੀ ਵਾਈਫ ਨੂੰ ਆਰਥਰਾਈਟਸ ਪ੍ਰੋਬਲਮ ਹੈ, ਔਰ ਉਹਨਾਂ ਦੇ ਬਜ਼ੁਰਗ ਬਿਮਾਰ। ਉਹਨਾਂ ਨੇ ਵੀ ਆਪਣੇ ਘਰ ਸਭ ਨੂੰ ਸ਼ੈਲਟਰ ਦਿੱਤਾ। ਇਹ ਸਾਰੇ ਲੋਕਾਂ ਨੇ ਮਿਲ ਕੇ ਲੋਕਾਂ ਦੇ ਭਲੇ ਵਾਸਤੇ ਗੁਰਦੁਆਰੇ ਅੰਦਰ ਡਿਸਪੈਂਸਰੀ ਖੋਲ੍ਹ ਕੇ ਹੋਰ ਸੱਜਣਾਂ ਨੂੰ ਬੁਲਾਇਆ। ਇਸ ਨੂੰ ਪੂਰੇ ਵਰਲਡ ਨੇ ਰਿਕਗਨਾਈਜ਼ ਕੀਤਾ, ਔਰ ਮੁਸਲਮਾਨ ਜਿਹੜੇ ਗੌਰਮੈਂਟ ਹਸਪੀਟਲਾਂ ਵਿੱਚ ਡਾਕਟਰ ਜਾਂ ਡਾਕਟਰਨੀਆਂ ਸੀ, ਉਹ ਇਹ ਦੇਖ ਕੇ ਆਏ ਕਿ ਕਿਸ ਤਰ੍ਹਾਂ ਨਿਸ਼ਕਾਮ ਸੇਵਾ ਕਰ ਰਹੇ ਨੇ। ਉਹਨਾਂ ਨੇ ਵੀ ਉੱਥੇ ਆ ਕੇ ਗੁਰਦੁਆਰੇ ਵਿੱਚ ਮਰੀਜ਼ਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਸਾਧ ਸੰਗਤ ਜੀ, ਇਸ ਨੂੰ ਵਿਗਾਸ ਕਹਿੰਦੇ ਨੇ, ਇਸ ਨੂੰ ਖੇੜਾ ਕਹਿੰਦੇ ਨੇ,
ਇਸ ਨੂੰ ਹੈਪੀਨੈਸ ਕਹਿੰਦੇ ਨੇ ਕਿ ਜਦੋਂ ਤੁਸੀਂ ਆਪਣੇ ਦੁੱਖ ਦੀ ਪਰਵਾਹ ਨਾ ਕਰੋ ਅਤੇ ਦੂਜਿਆਂ ਦੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਇੱਕ ਕਰੇਜ, ਇੱਕ ਆਪਣੇ ਅੰਦਰ ਸੁਭਾਅ ਪੈਦਾ ਕਰ ਸਕੋ, ਇਹ ਕਮਾਉਣਾ ਪੈਂਦਾ ਹੈ। ਇਹਦੀ ਪ੍ਰਤੱਖ ਐਗਜ਼ਾਮਪਲ ਸਾਡੇ ਘਰ ਵਿੱਚ ਸਾਡੀ ਮਾਂ ਹੁੰਦੀ ਹੈ। ਮਾਂ ਆਪਣਾ ਸਰੀਰਕ ਦੁੱਖ ਭੁੱਲ ਜਾਂਦੀ ਹੈ ਔਰ ਸਾਰੇ ਘਰ ਦਾ ਉੱਠਣ ਤੋਂ ਪਹਿਲਾਂ, ਬਚਪਨ ਤੋਂ ਅਸੀਂ ਦੇਖਦੇ ਸੀ ਚੁੱਲ੍ਹਾ ਬਾਲਣ ਤੋਂ ਲੈ ਕੇ, ਜਿਹੜੀਆਂ ਮਾਵਾਂ ਗਾਵਾਂ ਮੱਝਾਂ ਚੋ ਕੇ ਦੁੱਧ ਦਾ ਇੰਤਜ਼ਾਮ ਕਰਦੀਆਂ ਨੇ, ਉਹ ਪੱਠੇ ਪਾਉਣ ਤੋਂ ਲੈ ਕੇ, ਉਹ ਇਹ ਨਹੀਂ ਸੀ ਕਹਿੰਦੀ ਮੈਨੂੰ ਆਪਣੀ ਨੀਂਦਰ ਪੂਰੀ ਕਰਨੀ ਹੈ। ਉਹ ਰਾਤੀ ਕਦੋਂ ਸੁੱਤੀ ਹੈ ਨਹੀਂ ਪਤਾ, ਲੇਕਿਨ ਉਹ 3 ਜਾਂ 4 ਵਜੇ ਜਾਗ ਕੇ ਬਾਣੀ ਪੜ੍ਹਦੀ ਜਾਂਦੀ ਸੀ। ਗਾਵਾਂ ਮੱਝਾਂ ਤੋਂ ਲੈ ਕੇ, ਪੱਠੇ ਪਾਉਣ ਤੋਂ ਲੈ ਕੇ, ਸਾਰੇ ਘਰ ਵਾਲਿਆਂ ਦੇ ਉੱਠਣ ਤੋਂ ਪਹਿਲਾਂ ਪਾਣੀ ਗਰਮ ਕਰਕੇ, ਕਿਚਨ ਦਾ ਕੰਮ ਕਰਕੇ, ਕੁਕਿੰਗ ਕਰਕੇ, ਸਾਰੇ ਦਿਨ ਦਾ ਫਰਿੱਜ ਨਹੀਂ ਸੀ ਹੁੰਦਾ, ਨਾਸ਼ਤਾ ਅਤੇ ਲੰਚ ਤਿਆਰ ਕਰਕੇ ਸਾਰੇ ਕੰਮ ਕਰਕੇ ਰੱਖਦੀ ਸੀ। ਖੂਹ ਤੋਂ ਪਾਣੀ ਵੀ ਲੈ ਆਉਂਦੀ ਸੀ। She never made this complaint ਕਿ ਸਰਦੀ ਹੈ ਕਿ ਗਰਮੀ ਹੈ। ਔਰ ਜਦੋਂ ਬੱਚੇ ਬੈਠ ਕੇ ਖਾਣ ਲੱਗਦੇ ਸਨ, ਫਰਜ਼ ਕਰੋ ਮਾਂ ਨੇ ਘਰ ਦੇ ਸਾਰੇ ਜੀਆਂ ਦੇ ਮੁਤਾਬਕ 16 ਫੁਲਕੇ ਪਕਾਏ, ਵਿੱਚ ਆਪਣੇ ਵੀ 2 ਪਕਾਏ, ਪਰ ਜਦੋਂ ਸਾਰੇ ਬੈਠ ਕੇ ਖਾਣ ਲੱਗੇ, ਉਹ 2 ਫੁਲਕੇ ਵੀ ਬੱਚਿਆਂ ਵੱਲੋਂ ਜਾਂ ਕਿਸੇ ਵੱਲੋਂ ਮੰਗੇ ਗਏ। ਇੱਕ ਬੱਚਾ ਪੁੱਛਦਾ ਹੈ, ਮਾਂ ਤੁਸੀਂ ਆਪਣੇ ਵਾਸਤੇ ਨਹੀਂ ਰੱਖਣਾ? ਮਾਂ ਦੀ ਵਿਕਾਸ ਖੁਸ਼ੀ ਦਾ ਇਨਫਿਨਿਟ ਲੈਵਲ, ਸ਼ੀ ਯੂਜ਼ਡ ਟੂ ਸੇ ਮਾਂ ਪਈ ਚੁੱਲ। ਮਾਂ ਪਈ ਚੁੱਲ ਕਹਿਣ ਦਾ ਉਹਦਾ ਮਤਲਬ ਹੁੰਦਾ ਸੀ ਡੋਂਟ ਵਰੀ ਅਬਾਊਟ ਮੀ। ਉਹਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਸੀ ਕਿ ਤੁਸੀਂ ਖਾ ਰਹੇ ਹੋ ਸਕਦਾ ਸਰੀਰਕ ਤੌਰ 'ਤੇ ਉਸਨੂੰ ਆਪਣੀ ਕੋਈ ਪ੍ਰੋਬਲਮਸ ਹੋਣ, ਹੋ ਸਕਦਾ ਉਹਦੇ ਗੋਡੇ ਔਰ ਪਿੱਠ ਦੁਖਦੀ ਹੋਵੇ, ਹੋ ਸਕਦਾ ਉਹਦੀ ਰਾਤੀ ਨੀਂਦਰ ਨਾ ਪੂਰੀ ਹੋਏ, ਪਰ ਉਹ ਇੱਕ ਮੋਡ 'ਚੋਂ ਬਾਹਰ ਨਿਕਲਦੀ ਹੈ। ਉਸ ਮੋਡ ਨੂੰ ਕਹਿੰਦੇ ਨੇ ਖੁਦਗਰਜ਼ੀ, ਸੈਲਫਿਸ਼ਨੈਸ। ਔਰ she enjoys when she is feeding to the whole family। ਮਾਂ ਦੇ ਕੋਲੇ ਰੱਬੀ ਗੁਣ ਹੁੰਦਾ ਹੈ। ਇਸ ਰੱਬੀ ਗੁਣ ਤੋਂ ਅਸੀਂ ਇਹ ਸਿੱਖਦੇ ਹਾਂ, ਗੁਰਬਾਣੀ ਸਾਨੂੰ ਸਿਖਾਉਂਦੀ ਹੈ, ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਾਹ ਬੈਸਣ ਪਾਈਐ। ਲੋਕੀ ਸਮਝਦੇ ਨੇ ਮੈਂ ਆਪਣੇ ਗੁਰੂ ਨੂੰ, ਆਪਣੇ ਰੱਬ ਨੂੰ ਖੁਸ਼ ਕਰਨਾ ਹੈ। ਆਪਣੇ ਗੁਰੂ ਅਤੇ ਰੱਬ ਨੂੰ ਖੁਸ਼ ਕਰਨ ਵਾਸਤੇ ਲੋਕੀ ਸਾਰੀ ਦੁਨੀਆ ਨਾਲ ਝਗੜਾ ਪਾ ਕੇ ਬੈਠੇ ਰਹਿੰਦੇ ਨੇ, ਦੂਰੀ ਪਾ ਕੇ ਬੈਠੇ ਰਹਿੰਦੇ ਨੇ, ਲੋਕਾਂ ਦਾ ਮਨ ਢਾਂਦੇ ਰਹਿੰਦੇ ਨੇ, ਲੋਕਾਂ ਨੂੰ ਆਪਣੇ 2 ਨੋਕੀਏ ਜ਼ਬਾਨ ਦੇ ਤੀਰ ਚਲਾ ਕੇ ਜ਼ਖਮੀ ਕਰਦੇ ਰਹਿੰਦੇ ਨੇ, ਪਰ ਸੋਚਦੇ ਨੇ ਮੈਂ ਆਪਣਾ ਗੁਰੂ, ਆਪਣਾ ਰੱਬ ਖੁਸ਼ ਕਰ ਲਿਆ। ਲੇਕਿਨ ਗੁਰੂ ਸਾਹਿਬ ਕਹਿੰਦੇ ਨੇ ਰੱਬ ਦੀ ਦਰਗਾਹ 'ਚ ਤੂੰ ਤਾਂ ਪ੍ਰਵਾਨ ਹੈ ਜਦੋਂ ਤੂੰ ਦੂਜਿਆਂ ਵਾਸਤੇ ਜੀਂਦਾ ਹੈ। ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਾਹ ਬੈਸਣ ਪਾਈਐ, ਕਹੋ ਨਾਨਕ ਬਾਂਹ ਲੁਡਾਈਐ। ਜਦੋਂ ਤੂੰ ਆਪਣੀਆਂ ਬਾਹਾਂ ਖੋਲ੍ਹ ਦਿੰਦਾ ਹੈ ਔਰ ਦੂਸਰਿਆਂ ਵਾਸਤੇ ਆਪਣੀ ਆਗੋਸ਼ ਨੂੰ ਵੱਡਾ ਕਰ ਲੈਂਦਾ ਹੈ, ਤਾਂ ਤੈਨੂੰ ਖੇੜਾ ਖੁਸ਼ੀ ਮਿਲਦਾ ਹੈ। ਲੇਕਿਨ ਜੇ ਤੂੰ ਕਹੇ ਮੈਂ ਫਲਾਣੀ ਜ਼ਾਤ ਦਾ ਦੂਸਰੀ ਜ਼ਾਤ ਵਾਲੇ ਨੂੰ ਜੱਫੀ ਨਹੀਂ ਪਾਣੀ, ਤੇਰੀ ਨਫ਼ਰਤ ਆ ਜਾਂਦੀ ਹੈ ਵਿੱਚ, ਤੇਰੀ ਖੁਸ਼ੀ ਲੈ ਜਾਂਦੀ ਹੈ ਵਿੱਚੋਂ। ਜਦੋਂ ਤੂੰ ਅਮੀਰ ਗਰੀਬ ਦੇਖਦਾ ਹੈ, ਤੇਰੀ ਖੁਸ਼ੀ ਚਲੀ ਜਾਂਦੀ ਹੈ ਵਿੱਚੋਂ, ਵਿਤਕਰਾ ਆ ਜਾਂਦਾ ਹੈ ਵਿੱਚ। ਜਦੋਂ ਤੂੰ ਕਿਸੇ ਨੂੰ ਪਾਪੀ ਪੁੰਨੀ ਲੇਬਲ ਕਰਨਾ ਸ਼ੁਰੂ ਕਰਦਾ ਹੈ, ਤੂੰ ਕਿਸੇ ਨੂੰ ਵੀ ਪਾਪੀ ਪੁੰਨੀ ਲੇਬਲ ਨਾ ਕਰਿਆ ਕਰ।
ਵਰਨਾ ਜਿਨ੍ਹਾਂ ਨੂੰ ਤੂੰ ਪੁੰਨੀ ਕਹੇਗਾ ਉਹਨਾਂ ਨਾਲ ਤੇ ਜੁੜ ਬੈਠੇਗਾ, ਔਰ ਜਿਨ੍ਹਾਂ ਨੂੰ ਤੂੰ ਪਾਪੀ ਕਹੇਗਾ ਉਹਨਾਂ ਨੂੰ ਤੂੰ ਨਫ਼ਰਤ ਕਰੇਗਾ, ਉਹਨਾਂ ਨੂੰ ਤੂੰ ਨਾਸਤਿਕ ਕਹੇਗਾ, ਆਪਣੇ ਆਪ ਨੂੰ ਤੂੰ ਆਸਤਿਕ ਸਮਝੇਗਾ। ਇਹ ਸਾਰੀਆਂ ਗੱਲਾਂ ਤੇਰੀ ਖੁਸ਼ੀ ਖੇੜਾ ਖੋ ਲੈਣਗੀਆਂ। ਤੂੰ ਇਤਨਾ ਖੁਦਗਰਜ਼ ਹੋ ਗਿਆ ਕਿ ਮੈਂ ਆਪਣੇ ਗੁਰੂ ਨੂੰ ਖੁਸ਼ ਕਰਨਾ ਹੈ, ਇਸ ਚੱਕਰ ਵਿੱਚ ਤੂੰ ਲੋਕਾਂ ਨਾਲ ਨਫ਼ਰਤ ਪਾਣੀ ਸ਼ੁਰੂ ਕਰ ਲਈ। ਗੁਰੂ ਵੀ ਖੁਸ਼ ਕੋਈ ਨਹੀਂ ਹੋਇਆ। ਨਾਮੇ ਦੇਖ ਨਾਰਾਇਣ ਹਸੈ, ਅੰਦਰ ਖੇੜਾ ਆਂਦਾ ਹੈ। ਜਦੋਂ ਅੰਦਰ ਦੇ ਰੱਬ ਜੀ ਖੁਸ਼ ਹੁੰਦੇ ਨੇ। ਅੰਦਰ ਦੇ ਰੱਬ ਜੀ ਕਦੋਂ ਖੁਸ਼ ਹੁੰਦੇ ਨੇ? ਜਪਜੀ ਸਾਹਿਬ ਮੁਤਾਬਕ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਰਜ਼ਾ ਅਨੁਸਾਰ ਜੀਵਿਆ ਕਰ, ਕਿਸੇ ਨੂੰ ਪਾਪੀ ਪੁੰਨੀ ਲੇਬਲ ਨਾ ਕਰਿਆ ਕਰ, ਕਿਸੇ ਨੂੰ ਆਸਤਕ ਨਾਸਤਕ ਲੇਬਲ ਨਾ ਕਰਿਆ ਕਰ, ਬੁਰਾ ਭਲਾ ਨਾ ਆਖਿਆ ਕਰ। ਜਦੋਂ ਤੂੰ ਇਹ ਡਿਊਐਲਿਟੀ ਚਾਹੇਗਾ, ਬੁਰਾ ਭਲਾ ਤਿੱਚਰ ਆਖਦਾ ਜਿੱਚਰ ਹੈ ਦੂਹ ਮਾਏ, ਤਾਂ ਤੇਰੀ ਖੁਸ਼ੀ ਖੇੜਾ ਚਲਾ ਜਾਏਗਾ। ਅਸੀਂ ਜਦੋਂ ਤੱਕ ਦੂਜਿਆਂ ਵਾਸਤੇ ਜੀਣਾ ਸ਼ੁਰੂ ਨਹੀਂ ਕਰਾਂਗੇ, ਸਾਡੇ ਅੰਦਰ ਦਾ ਰੱਬ ਖੁਸ਼ ਨਹੀਂ ਹੋਏਗਾ। ਜਿਸ ਰੱਬ ਨੂੰ ਬਾਹਰ ਸਮਝਦੇ ਹਾਂ, ਉਸ ਰੱਬ ਨੂੰ ਅੰਦਰ ਦੇਖਿਆ ਹੀ ਨਹੀਂ ਤੇ ਬਾਹਰ ਵੀ ਨਹੀਂ ਦੇਖ ਸਕਦੇ। ਜਿਸ ਰੱਬ ਨੂੰ ਅੰਦਰ ਨਹੀਂ ਦੇਖ ਸਕੇ, ਉਸ ਰੱਬ ਨੂੰ ਹੋਰ ਲੋਕਾਂ ਦੇ ਵਿਚਕਾਰ ਨਹੀਂ ਦੇਖ ਪਾਵਾਂਗੇ। ਸਾਡੇ ਅੰਦਰੋਂ ਖੁਸ਼ੀ ਪੰਖ ਲਗਾ ਕੇ ਉੱਡ ਜਾਂਦੀ ਹੈ। ਇੱਕ ਸ਼ਬਦ ਪੜ੍ਹਦੇ ਹਾਂ, ਤੁਸੀਂ ਸਾਰੇ ਮੇਰੇ ਨਾਲ ਉੱਚਾ ਉੱਚਾ ਉਚਾਰਨ ਕਰਨਾ। ਮੈਂ ਉਸ ਨੂੰ ਪੜਾਂਗਾ, ਫਿਰ ਮੇਰੇ ਬਾਅਦ ਤੁਸੀਂ ਪੜ੍ਹਨਾ। ਚੜ ਕੇ ਘੋੜੜੇ ਕੁੰਦੇ ਪਕੜੈ, ਚੜ ਕੇ ਘੋੜੜੇ ਕੁੰਦੇ ਪਕੜੈ। ਫਿਰ ਬੋਲੋ, ਚੜ ਕੇ ਘੋੜੜੇ ਕੁੰਦੇ ਪਕੜੈ, ਖੂੰਡੀ ਦੀ ਖਿਡਾਰੀ, ਖੂੰਡੀ ਦੀ ਖਿਡਾਰੀ। ਚੜ ਕੇ ਘੋੜੜੇ ਕੁੰਦੇ ਪਕੜੈ, ਚੜ ਕੇ ਘੋੜੜੇ ਕੁੰਦੇ ਪਕੜੈ, ਖੂੰਡੀ ਦੀ ਖਿਡਾਰੀ, ਖੂੰਡੀ ਦੀ। ਹੰਸਾਂ ਸੇਤੀ ਚਿੱਤ ਉਲਾਸੈ, ਹੰਸਾਂ ਸੇਤੀ ਚਿੱਤ, ਹੰਸਾਂ ਸੇਤੀ ਚਿੱਤ ਉਲਾਸੈ, ਕੁੱਕੜ ਦੀ ਉਡਾਰੀ, ਕੁੱਕੜ ਦੀ ਉਡਾਰੀ। ਹੰਸਾਂ ਸੇਤੀ ਚਿੱਤ ਉਲਾਸੈ, ਹੰਸਾਂ ਸੇਤੀ ਚਿੱਤ ਉਲਾਸੈ, ਕੁੱਕੜ ਦੀ ਉਡਾਰੀ, ਕੁੱਕੜ ਦੀ ਉਡਾਰੀ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਬਦ ਦਰਜ ਹੈ, ਔਰ ਅਸੀਂ ਪੜ੍ਹ ਕੇ ਬੜੇ ਹੈਰਾਨ ਹੋਏ ਇਸ ਸ਼ਬਦ ਨੂੰ। ਗੁਰੂ ਸਾਹਿਬ ਕਹਿ ਰਹੇ ਹਨ, ਚੜ ਕੇ ਘੋੜੜੇ ਕੁੰਦੇ ਪਕੜੈ। ਤੂੰ ਘੋੜੇ ਤੇ ਚੜ ਕੇ ਤੂੰ ਉਹਦੀ ਲਗਾਮ ਪਕੜ ਕੇ, ਜਾਂ ਜਿਸ ਸੈਡਲ ਦੇ ਉੱਤੇ ਬੈਠਦੇ ਹਾਂ ਅਸੀਂ, ਅੱਗੋਂ ਉਹਨੂੰ ਪਕੜ ਕੇ ਕੁੰਡੀ ਨੂੰ, ਤੂੰ ਖੂੰਡੀ ਦੀ ਖਿਡਾਰੀ ਖੇਡਦਾ ਹੈ। ਅਸੀਂ ਜਿਤਨੇ ਸ਼ਬਦਾਂ ਦੇ ਅਰਥ ਆਪ ਜੀ ਨਾਲ ਸਾਂਝ ਕਰਦੇ ਹਾਂ, ਉਹ ਵਨ ਮੈਨ ਸ਼ੋਅ ਨਹੀਂ ਹੁੰਦਾ ਬਈ ਭੁਪਿੰਦਰ ਸਿੰਘ ਨੇ ਇੰਝ ਸੋਚਿਆ ਔਰ ਉਹਦੇ ਅਰਥ ਕਰ ਦਿੱਤੇ। ਅਸੀਂ ਇੰਝ ਨਹੀਂ ਕਰਦੇ। ਲਿਵਿੰਗ ਟ੍ਰੇਜਰ ਵਨ ਮੈਨ ਸ਼ੋਅ ਨਹੀਂ ਹੈ। ਮੈਨੂੰ ਕਹਿ ਦਿੱਤਾ ਜਾਂਦਾ ਹੈ ਕਿ ਲਿਵਿੰਗ ਟ੍ਰੇਜਰ ਸੰਸਥਾ ਵੀਰ ਭੁਪਿੰਦਰ ਸਿੰਘ ਨੇ ਸ਼ੁਰੂ ਕੀਤੀ ਹੈ, ਪਰ ਮੈਂ ਆਪਣੇ ਆਪ ਵਿੱਚ ਇਹਨੂੰ ਨਹੀਂ ਮੰਨਦਾ। ਮੈਂ ਸਮਝਦਾ ਅਸੀਂ ਸਾਰੇ ਰਲ ਕੇ ਜਦੋਂ ਬਾਣੀ ਦੀ ਵਿਚਾਰ ਕਰਦੇ ਹਾਂ ਤਾਂ ਇਹ ਜੀਵਨ ਜਾਚ ਦਾ ਖਜ਼ਾਨਾ ਹੈ।
ਮੈਂ ਕੋਈ ਲਿਵਿੰਗ ਟ੍ਰੈਜਰ ਦਾ ਬਾਬਾ ਜੀ, ਕੋਈ ਸੰਤ ਜੀ, ਸ੍ਰੀਮਾਨ 108 ਨਹੀਂ ਹਾਂ। ਅੱਜ ਇਹ ਭੈਣ ਜੀ ਇੱਥੇ ਬੈਠੇ ਨੇ, ਤੁਸੀਂ ਸਾਡੇ ਸੈਮੀਨਾਰਸ ਦੇਖਦੇ ਹੋ, ਗੁਣਵੰਤ ਕੌਰ ਮੰਮੀ ਜੀ ਜਾਂ ਹੋਰ ਸਾਡੇ ਬੜੇ ਸਾਰੇ ਸੱਜਣ ਇੱਥੇ ਬੈਠ ਕੇ ਮੇਰੇ ਨਾਲ ਸਲਾਈਡਸ ਪੜ੍ਹਦੇ ਨੇ, ਕਈ ਸੱਜਣ ਇੱਥੇ ਬੈਠ ਕੇ ਸੈਮੀਨਾਰ ਕਰਦੇ ਨੇ, ਕਈ ਸੱਜਣ ਸਾਡੇ 135 ਤੋਂ ਉੱਤੇ ਨੌਜਵਾਨ ਮੁੰਡੇ ਕੁੜੀਆਂ, 5 ਸਾਲ ਦੀ ਉਮਰ ਦੇ ਬੱਚੇ ਤੋਂ ਲੈ ਕੇ 90 ਸਾਲ ਤੱਕ ਦੇ ਮਾਤਾ ਪਿਤਾ ਤੱਕ, ਬਜ਼ੁਰਗਾਂ ਤੱਕ, ਸਾਰੇ ਵਰਲਡ ਵਿੱਚ ਸ਼ਬਦ ਵਿਚਾਰ ਕਰਦੇ ਨੇ। ਸੋ ਮੈਂ ਇਕੱਲਾ ਚੌਧਰੀ ਨਹੀਂ ਹਾਂ। ਇਹ ਸਾਡੇ ਟੁਰਦੇ ਫਿਰਦੇ ਪ੍ਰਚਾਰਕ ਵਾਂਗੂ ਸ਼ਬਦ ਵਿਚਾਰ ਦੀ ਸਾਂਝ ਕਰਨ ਵਾਲੇ ਸੱਜਣ ਤਿਆਰ ਹਨ ਵਰਲਡ ਵਾਈਡ, ਜੋ ਹਿੰਦੀ, ਇੰਗਲਿਸ਼, ਪੰਜਾਬੀ 3 ਲੈਂਗੁਏਜ ਵਿੱਚ ਬੋਲਦੇ ਹਨ। ਇਹ ਮੇਰੇ ਵੀਰ ਜਿਨ੍ਹਾਂ ਦੇ ਨਰਿੰਦਰ ਸਿੰਘ ਦੇ ਘਰ ਅਸੀਂ ਠਹਿਰੇ ਹਾਂ, ਮੈਂ ਇਹਨਾਂ ਦੇ ਮਿਸਿਸ ਨੂੰ ਵੀ ਰਿਕੁਐਸਟ ਕੀਤੀ ਕਿ ਤੁਸੀਂ ਵੀ ਜੇਕਰ ਸਵੀਡਿਸ਼ ਸਿੱਖ ਲਵੋ ਤਾਂ ਤੁਸੀਂ ਆਪਣੇ ਬੱਚਿਆਂ ਵਾਸਤੇ ਔਰ ਸਵੀਡਨ ਦੇ ਲੋਕਾਂ ਵਾਸਤੇ ਸਾਡੀਆਂ ਟੇਪਾਂ ਸੁਣ ਕੇ ਟਰਾਂਸਲੇਟ ਕਰਕੇ ਇਹਨਾਂ ਨਾਲ ਸਾਂਝ ਕਰ ਸਕਦੇ ਹੋ। ਜਿਵੇਂ ਕਿ ਅਸੀਂ ਬੰਗਾਲ ਕੈਲਕਟਾ ਜਾਂਦੇ ਹਾਂ, ਜਿਨ੍ਹਾਂ ਦੇ ਘਰ ਠਹਿਰਦੇ ਹਾਂ, ਉਹਨਾਂ ਨੇ ਸਾਨੂੰ ਆਫਰ ਕੀਤੀ ਤੁਹਾਡੀਆਂ ਟੇਪਾਂ ਕਿਤਾਬਾਂ ਪੜ੍ਹ ਸੁਣ ਕੇ ਅਸੀਂ ਬੰਗਾਲੀ 'ਚ ਟਰਾਂਸਲੇਟ ਕਰਾਂਗੇ। ਹੈਦਰਾਬਾਦ ਜਿਨ੍ਹਾਂ ਕੋਲ ਠਹਿਰਦੇ ਆ ਉਹਨਾਂ ਨੇ ਕਿਹਾ, ਜਰਮਨੀ ਜਿਨ੍ਹਾਂ ਕੋਲ ਠਹਿਰਦੇ ਆ ਉਹਨਾਂ ਨੇ ਕਿਹਾ ਜਰਮਨ ਲੈਂਗੁਏਜ ਵਿੱਚ ਕਰਾਂਗੇ। ਇਸ ਤਰ੍ਹਾਂ ਅਸੀਂ ਹੈਰਾਨ ਰਹਿ ਗਏ ਕਿ ਸਾਨੂੰ ਉੜੀਸਾ, ਮੇਘਾਲय ਔਰ ਸ਼ਿਲੌਂਗ ਜੈਸੀ ਜਗ੍ਹਾ ਤੋਂ ਲੋਕਾਂ ਦੀਆਂ ਕਾਲਸ ਆ ਰਹੀਆਂ ਨੇ ਜਿਹੜੇ ਧਾਰਮਿਕ ਸਟੱਡੀ ਇੰਟਰਫੇਥ ਦੀ ਕੰਪੈਰੇਟਿਵ ਰਿਲੀਜਨ ਵਿੱਚ ਕਰਦੇ ਨੇ ਔਰ ਉਹ ਸਿੱਖ ਵੀ ਨਹੀਂ ਹਨ। ਲਾਸਟ ਸੈਮੀਨਾਰ ਸਾਡਾ ਅੱਜ ਤੋਂ 15 ਦਿਨ ਪਹਿਲਾਂ ਇੰਦੌਰ ਹੋਇਆ ਸੀ। ਦਿੱਲੀ ਤੋਂ ਇੱਕ ਕਾਰਪੋਰੇਟ ਸੈਕਟਰ ਦੀ ਬੱਚੀ, ਤਨੂ ਉਹਦਾ ਨਾਂ ਹੈ, ਔਰ ਉਹ ਸਾਊਥ ਇੰਡੀਅਨ ਬੱਚੀ ਹੈ। ਉਸਨੂੰ ਮਲਿਆਲਮ ਔਰ ਕੇਰਲਾ ਦੀ ਲੈਂਗੁਏਜ ਆਉਂਦੀ ਹੈ ਔਰ ਉਹ ਸਾਡੇ ਨਾਲ ਗਈ ਸੀ ਔਰ ਉਹ ਮੈਨੂੰ ਕਹਿੰਦੀ ਹੈ ਮੈਨੂੰ ਇਤਨੀ ਗੱਲ ਤੁਹਾਡੀ ਸਮਝ ਆਉਂਦੀ ਹੈ, ਆਈ ਐਮ ਸ਼ੋਰ ਕਿ ਮੈਂ ਠੀਕ ਤਰੀਕੇ ਨਾਲ ਪੂਰੀ ਗੁਰਬਾਣੀ ਨੂੰ ਤੁਹਾਡੇ ਕੋਲੋਂ ਸਮਝ ਕੇ ਕੇਰਲੀਅਨ ਲੈਂਗੁਏਜ ਔਰ ਮਲਿਆਲਮ ਲੈਂਗੁਏਜ ਵਿੱਚ ਮੈਂ ਦੁਨੀਆ ਨਾਲ ਸਾਂਝ ਕਰਾਂਗੀ। ਇਹਦਾ ਮਤਲਬ ਇਹ ਨਿਕਲ ਰਿਹਾ, ਜਿਹੜੀ ਮੈਂ ਗੱਲ ਕੀਤੀ ਹੈ, ਕਿ ਸ਼ਬਦਾਂ ਦੇ ਲਫ਼ਜ਼ੀ ਅਰਥ ਜਿਤਨੇ ਕੀਤੇ ਜਾਂਦੇ ਹਨ ਸਾਡੇ ਵੱਲੋਂ ਲਿਵਿੰਗ ਟ੍ਰੈਜਰ ਵਿੱਚ, ਉਹ ਸਿਰਫ ਮੇਰਾ ਥਾਟ ਪ੍ਰੋਸੈਸ ਨਹੀਂ ਹੁੰਦਾ, ਵਨ ਮੈਨ ਸ਼ੋ ਨਹੀਂ ਹੁੰਦਾ। ਇਹ ਜਿਤਨੀਆਂ ਪੁਸਤਕਾਂ ਹੈ ਇਹਨਾਂ 'ਤੇ ਨਾਂ ਲਿਖ ਦਿੱਤਾ ਗਿਆ ਕਿ ਇਹ ਵੀਰ ਭੁਪਿੰਦਰ ਸਿੰਘ ਨੇ ਕੀਤੀਆਂ, ਪਰ ਅਸੀਂ ਸਾਰੇ ਰਲ ਕੇ ਕਰਦੇ ਹਾਂ। ਇਹ ਮੇਰੇ ਵੀਰ ਜਿਸ ਪੁਸ਼ਪਿੰਦਰ ਸਿੰਘ ਨੇ ਤੁਹਾਨੂੰ ਅਨਾਊਂਸਮੈਂਟ ਕੀਤੀ ਔਰ ਮੇਰੇ ਨਾਲ ਦਿਲਰੂਬਾ ਵਜਾਉਂਦਾ ਹੈ, ਇਹਨੂੰ ਮੈਂ ਕਿਹਾ ਯਾਰ ਇੱਕ ਸ਼ਬਦ ਦੇ ਲਿਖਿਆ ਹੋਇਆ, ਚੜ੍ਹ ਕੇ ਕੋੜੜੇ ਕੁੰਦੇ ਪਕੜੇ ਖੁੰਡੀ ਦੀ ਖਿਡਾਰੀ। ਖੁੰਡੀ ਉਹੀ ਹੁੰਦੀ ਹੈ ਜਿਸ ਤਰ੍ਹਾਂ ਕੋਈ ਸੋਟੀ ਪਕੜਦਾ ਹੈ, ਬਜ਼ੁਰਗਾਂ ਨੇ ਸੋਟੀ ਪਕੜੀ ਹੁੰਦੀ ਔਰ ਉਹ ਇੰਝ ਘੁੰਮੀ ਹੁੰਦੀ ਔਰ ਥੱਲੇ ਲੰਬੀ ਜਿਹੀ ਸੋਟੀ ਹੁੰਦੀ ਹੈ। ਇਸ ਸ਼ੇਪ ਦੀ ਖੁੰਡੀ ਨੂੰ ਖੁੰਡੀ ਕਹਿੰਦੇ। ਕਿਧਰੇ ਇਹ ਹਾਕੀ ਦੀ ਗੱਲ ਤੇ ਨਹੀਂ ਚੱਲ ਰਹੀ, ਹਾਕੀ ਵਾਂਗੂ ਘੋੜੇ ਤੇ ਬੈਠ ਕੇ ਕੁਛ ਇਸ ਤਰ੍ਹਾਂ ਖੇਡਣ ਦੀ ਗੱਲ ਹੈ, ਕਿਧਰੇ ਪੋਲੋ ਦੀ ਗੱਲ ਤਾਂ ਨਹੀਂ ਚੱਲ ਰਹੀ। ਪਰ ਪਤਾ ਨਹੀਂ ਉਸ ਵੇਲੇ ਪੋਲੋ ਖੇਡਦੇ ਵੀ ਸਨ ਕਿ ਨਹੀਂ। ਇਹਨੇ ਇੰਟਰਨੈਟ 'ਤੇ ਖੋਜ ਕੀਤੀ, ਪੋਲੋ 12ਵੀਂ ਸਦੀ ਵਿੱਚ ਗੇਮ ਸ਼ੁਰੂ ਹੋਈ ਹੈ। ਗੁਰੂ ਸਾਹਿਬ ਇੱਕ ਇਸ ਐਗਜ਼ਾਮਪਲ ਨੂੰ ਲੈ ਰਹੇ ਨੇ, ਸਾਨੂੰ ਇਹ ਅਰਥ ਸਮਝਣ ਵਿੱਚ ਮੁਸ਼ਕਲ ਨਹੀਂ ਹੋਈ। ਤੂੰ ਘੋੜੇ ਤੇ ਚੜ੍ਹ ਕੇ ਖੂੰਡੀ ਦੀ ਖਿਡਾਰੀ ਖੇਡਦਾ, ਇਹ ਤੇ ਇੰਝ ਹੋ ਗਿਆ ਹੰਸਾਂ ਸੇਤੀ ਚਿੱਤ ਉਲਾਸੈ। ਹੰਸਾਂ ਵਰਗੀ ਤੂੰ ਖੁਸ਼ੀ, ਖੇੜਾ, ਸੁੱਖ, ਚੈਨ, ਵਿਵੇਕ, ਬੁੱਧੀ ਮੰਗਦਾ, ਲੇਕਿਨ ਤੇਰੀ ਅਕਲ ਕਿੱਥੇ ਤੱਕ ਹੈ? ਕੁੱਕੜ ਦੀ ਉਡਾਰੀ। ਸਾਧ ਸੰਗਤ ਜੀ ਤੁਸੀਂ ਸਭ ਜਾਣਦੇ ਹੋ ਕੁੱਕੜ ਵੱਧ ਤੋਂ ਵੱਧ ਇੰਨਾ ਉੱਪਰ ਉੱਚਾ ਉੱਡ ਸਕਦਾ ਹੈ, ਬਸ 2, 3 ਜਾਂ 4 ਫੁੱਟ, ਜਾਂ ਹੋਰ ਬਹੁਤ ਜ਼ਿਆਦਾ ਹੋਏਗਾ 5 ਫੁੱਟ। ਲੇਕਿਨ ਇਹਦੇ ਵਿੱਚੋਂ ਹੁਣ ਅਸੀਂ ਰਤਨ ਜਵਾਹਰ ਮਾਣਿਕ ਲੱਭਾਂਗੇ ਇਹਦੀ ਗਹਿਰਾਈ 'ਚ ਉਤਰ ਕੇ। ਮੈਨੂੰ
ਆਰਾਮ ਨਾਲ ਖੜੇ ਹੋ ਕੇ ਤਾਂ ਨਿਸ਼ਾਨਾ ਲਗਾਉਣਾ ਆਂਦਾ ਨਹੀਂ, ਔਰ ਮੈਂ ਘੋੜੇ ਤੇ ਚੜ੍ਹਿਆ ਹੋਵਾਂ, ਇੱਕ ਹੱਥ 'ਚ ਪਿਸਟਲ ਚੁੱਕੀ ਹੋਵੇ, ਔਰ ਮੈਂ ਉੜਦੇ ਤੋਤੇ ਪਕੜਨਾ ਚਾਹੁੰਦਾ ਹਾਂ, ਉੜਦੇ ਤੋਤਿਆਂ ਦਾ ਸ਼ਿਕਾਰ ਕਰਨਾ ਚਾਹੁੰਦਾ ਹਾਂ, ਇਟ ਇਜ਼ ਨਾਟ ਪੋਸੀਬਲ। ਮੈਨੂੰ ਘੋੜਾ ਬੈਲੈਂਸ ਕਰਨਾ ਨਹੀਂ ਆਉਂਦਾ। ਮੇਰੀ ਜ਼ਿੰਦਗੀ ਦਾ ਘੋੜਾ ਮੇਰੇ ਔਰਗਨਸ ਦਾ, ਮੇਰੇ ਬੋਡੀ ਦੇ ਸਾਰੇ ਅੰਗਾਂ ਨੂੰ ਮੈਨੂੰ ਕਾਬੂ ਕਰਨਾ ਹੀ ਨਹੀਂ ਆਉਂਦਾ, ਔਰ ਮੈਂ ਵਰਿਡ ਹਾਂ ਉੜਦੇ ਤੋਤੇ ਪਕੜ ਕੇ ਖੁਸ਼ੀ ਲੈਣ ਵਾਸਤੇ। ਮੈਂ ਤੇ ਦਰਅਸਲ ਖੁਦਗਰਜ਼ ਹਾਂ। ਮੇਰੀ ਉਡਾਰੀ ਕੁੱਕੜ ਦੀ ਉਡਾਰੀ ਤੱਕ ਹੈ। ਮੈਂ ਆਪਣੇ ਤੋਂ ਉੱਪਰ ਉੱਠਦਾ ਹੀ ਨਹੀਂ। ਸਾਧ ਸੰਗਤ ਜੀ, ਜਿਤਨਾ ਅਸੀਂ ਆਪਣੇ ਆਪ ਤੋਂ ਉੱਪਰ ਉੱਠਦੇ ਹਾਂ, ਉਤਨਾ ਦੂਸਰਿਆਂ ਦੇ ਹਿਰਦੇ ਨੂੰ ਦੇਖ ਪਾਉਂਦੇ ਹਾਂ। ਫਰਜ਼ ਕਰੋ ਮੈਂ ਕ੍ਰੋਧ ਕਰਾਂ ਔਰ ਆਪਣੀ ਪਤਨੀ ਦੇ ਨਾਲ, ਆਪਣੇ ਮਾਂ ਪਿਓ ਨਾਲ, ਆਪਣੇ ਸੱਸ ਸਹੁਰਾ ਨਾਲ, ਆਪਣੇ ਬੱਚਿਆਂ ਨਾਲ, ਆਪਣੇ ਨੌਕਰ ਨਾਲ ਭੈੜਾ ਬੋਲਾਂ, ਉਹ ਮੈਨੂੰ ਕਹਿਣ ਆਪਣੇ ਅੰਦਰ ਝਾਂਕ ਕੇ ਵੇਖ। ਮੈਂ ਤੇ ਆਪਣੇ ਅੰਦਰ ਝਾਂਕ ਕੇ ਵੇਖ ਹੀ ਨਹੀਂ ਸਕਦਾ। ਤਾਂ ਵੇਖ ਸਕਦਾ ਜਦੋਂ ਮੈਂ ਆਪਣੇ ਤੋਂ ਥੋੜਾ ਉੱਪਰ ਹੋਵਾਂ, ਤਾਂ ਮੈਂ ਆਪਣੇ ਆਪ ਨੂੰ ਦੇਖ ਸਕਦਾ। ਆਪਣੀ ਬਾਡੀ ਨੂੰ ਜ਼ਰਾ ਸਾਈਡ ਤੇ ਰੱਖ ਕੇ ਦੇਖਾਂ, ਹਾਊ ਡੂ ਆਈ ਐਕਟ, ਹਾਊ ਡੂ ਆਈ ਲੁੱਕ ਲਾਈਕ, ਮੈਂ ਕੈਸਾ ਦਿਸਦਾ। ਮੈਨੂੰ ਯਾਦ ਹੈ ਬਚਪਨ ਵਿੱਚ ਜਦੋਂ ਅਸੀਂ ਰੋਂਦੇ ਸੀ, ਬਚਪਨ ਵਿੱਚ ਜਦੋਂ ਅਸੀਂ ਦੋ ਭੈਣ ਭਰਾ ਕਿਸੇ ਚੀਜ਼ ਉੱਤੇ ਲੜ ਕੇ ਆਪਸ ਵਿੱਚ ਰੁੱਸ ਜਾਂਦੇ ਸੀ ਔਰ ਰੋ ਪੈਂਦੇ ਸੀ, ਤਾਂ ਸਾਡੀ ਨਾਨੀ ਸਾਨੂੰ ਕੁਛ ਨਹੀਂ ਸੀ ਕਹਿੰਦੀ। ਬਸ ਇਤਨਾ ਕਹਿੰਦੀ ਸੀ, ਇਹ ਮੈਂ ਸ਼ੀਸ਼ਾ ਲੈ ਕੇ ਆਈ ਹਾਂ, ਦੇਖ ਆਪਣੀ ਸ਼ਕਲ ਦੇਖ। ਔਰ ਅਸੀਂ ਆਪਣੀ ਰੁੱਸੀ ਹੋਈ, ਤਿਉੜੀ ਚੜੀ ਹੋਈ, ਅੱਖਾਂ ਗੁੱਸੇ ਨਾਲ ਭਰੀਆਂ ਦੀ ਸ਼ਕਲ ਦੇਖਦੇ ਸੀ, ਸਾਨੂੰ ਹਾਸਾ ਆ ਜਾਂਦਾ ਸੀ। We were able to see our face। ਆਪਣੇ ਤੋਂ ਉੱਪਰ ਜੇ ਤੂੰ ਨਹੀਂ ਉੱਠਦਾ, ਹੁਣ ਖੂੰਡੀ ਦੀ ਖਿਡਾਰੀ ਵਾਲਾ ਕੀ ਕਰਦਾ? ਘੋੜੇ ਤੇ ਚੜਦਾ। ਪੋਲੋ ਖੇਡਣ ਵਾਲੇ ਦੀ ਖੇਡ ਦੇਖੋ, ਇਹ ਘੋੜਾ, ਇਹ ਮੇਰੀ ਸਟਿਕ ਔਰ ਇਹ ਬਾਲ, ਇਸ ਬਾਲ ਨੂੰ ਮੈਂ ਵੱਧ ਤੋਂ ਵੱਧ ਉੱਥੇ ਗੋਲ ਕਰਨਾ, ਬਸ। ਇਸ ਤੋਂ ਅੱਗੇ ਪਿੱਛੇ ਹੋਰ ਕੁਝ ਨਜ਼ਰ ਹੀ ਨਹੀਂ ਆਉਂਦਾ। ਦੁਸ਼ਮਣ ਨਜ਼ਰ ਆਉਂਦਾ ਹੈ ਜਿਹਦੇ ਕੋਲੋਂ ਬਾਲ ਨੂੰ ਬਚਾ ਕੇ ਲਿਜਾਣਾ ਹੈ, ਔਰ ਕਰਨਾ ਗੋਲ ਹੈ। ਔਰ ਜੇ ਗੋਲ ਹੋ ਗਿਆ, ਹਿਪ ਹਿਪ ਹੁर्रे, ਓਏ ਅਸੀਂ ਜਿੱਤ ਗਏ। ਬਸ ਤੇਰਾ ਫੋਕਸ ਮੈਂ ਜਿੱਤਣਾ ਹੈ, ਮੈਂ ਗੋਲ ਕਰ ਲਿਆ, ਬਾਲ ਤੱਕ ਅੱਖਾਂ ਬਸ, ਜਾਂ ਦੁਸ਼ਮਣ ਤੱਕ ਅੱਖਾਂ ਬਸ। ਪਰ ਇਹ ਮੈਂ ਕੌਣ ਹੈ? ਇਹ ਖੁਦਗਰਜ਼ੀ। ਲੋਕਾਂ ਨੂੰ ਕ੍ਰੋਧ ਤਾਂ ਚੜ੍ਹਦਾ ਹੈ ਕਿਉਂਕਿ ਉਹ ਸਮਝਦੇ ਨੇ ਹਰ ਵੇਲੇ ਮੈਂ ਰਾਈਟ ਹਾਂ। ਪਤੀ ਪਤਨੀ ਦਾ ਝਗੜਾ, ਪਤੀ ਕਹਿੰਦਾ ਆਈ ਐਮ ਮਿਸਟਰ ਰਾਈਟ, ਪਤਨੀ ਕਹਿੰਦੀ ਹੈ ਨੋ ਆਈ ਐਮ ਮਿਸਿਸ ਰਾਈਟ। ਆਪਣੇ ਤੋਂ ਉੱਪਰ ਉੱਠ ਕੇ ਕਦੇ ਰਿਅਲਾਈਜ਼ ਨਹੀਂ ਕੀਤਾ ਕਿ ਆਈ ਕੈਨ ਬੀ ਰੋਂਗ ਆਲਸੋ। ਮੈਂ ਵੀ ਗਲਤ ਹੋ ਸਕਦਾ ਹਾਂ। ਮੈਨੂੰ ਅਮਰੀਕਾ ਦੇ ਇੱਕ ਸਟੋਰ ਦੀ ਗੱਲ ਯਾਦ ਆਈ। ਬੌਸ ਕਹਿੰਦਾ ਐਮਪਲੋਈ ਨੂੰ, ਜਿਤਨੇ ਕਸਟਮਰ ਆਉਂਦੇ ਨੇ, ਕਸਟਮਰ ਇਜ਼ ਆਲਵੇਜ਼ ਰਾਈਟ। ਮੈਂ ਤੈਨੂੰ ਨੋਟ ਕੀਤਾ ਹੈ, ਤੂੰ ਕਸਟਮਰਸ ਦੇ ਨਾਲ ਬਹਿਸ ਕਰਦਾ। ਇੱਕ ਕੈਸ਼ ਕਾਊਂਟਰ ਤੇ ਖੜਾ ਕਹਿੰਦਾ ਓਕੇ ਸਰ। ਕਹਿੰਦਾ ਧਿਆਨ ਰੱਖਿਆ ਕਰ, ਤੈਨੂੰ ਨੌਕਰੀ ਤੋਂ ਕੱਢ ਦਿਆਂਗਾ। ਤੂੰ ਹਰ ਵੇਲੇ ਕੀ ਮੰਨਣਾ ਹੈ? ਬੌਸ ਇਜ਼ ਰਾਈਟ ਐਂਡ ਬੌਸ ਇਜ਼ ਆਰਡਰਿੰਗ ਯੂ। ਬੌਸ ਹਮੇਸ਼ਾ ਠੀਕ ਹੈ ਔਰ ਬੌਸ ਤੈਨੂੰ ਇਹ ਕਹਿ ਰਿਹਾ ਹੈ ਕਿ ਕਸਟਮਰ ਇਜ਼ ਆਲਵੇਜ਼ ਰਾਈਟ।
ਸੋ ਉਹਨੇ ਕਿਹਾ ਅੱਛਾ ਜੀ ਮੈਂ ਅੱਗੋਂ ਤੋਂ ਬਹਿਸ ਨਹੀਂ ਕਰਿਆ ਕਰਾਂਗਾ। ਔਰ ਇੱਕ ਦਿਨ ਬੌਸ ਨੇ ਆਪਣੇ ਵਿੰਡੋ 'ਚੋਂ ਦੇਖ ਰਿਹਾ ਹੈ, ਉਹਦੇ ਨਾਲ ਕੈਸ਼ ਕਾਊਂਟਰ ਦੇ ਪਿੱਛੇ ਖੜਾ ਹੋ ਕੇ ਕਸਟਮਰ ਉੱਚਾ ਉੱਚਾ ਬੋਲ ਕੇ ਬਹੁਤ ਗੁੱਸੇ ਦੇ ਨਾਲ ਕੁਝ ਬੋਲ ਰਿਹਾ ਹੈ ਔਰ ਇਸ ਪਾਸੇ ਚੁੱਪ ਹੈ। ਬੌਸ ਆਇਆ ਆਪਣੇ ਕਮਰੇ 'ਚ ਉੱਠ ਕੇ, ਉਹਨੇ ਕੈਮਰੇ 'ਚੋਂ ਦੇਖਿਆ ਹੋਣਾ। ਬੌਸ ਉੱਠ ਕੇ ਆਇਆ, ਕਹਿੰਦਾ ਕਸਟਮਰ ਕੀ ਕਹਿ ਰਿਹਾ ਸੀ, ਤੂੰ ਅੱਗੋਂ ਉਹਨੂੰ ਕੋਈ ਜਵਾਬ ਨਹੀਂ ਦਿੱਤਾ। ਕਹਿੰਦਾ ਕਸਟਮਰ ਕਹਿ ਰਿਹਾ ਸੀ ਯੂਰ ਬੌਸ ਇਜ਼ ਬੇਵਕੂਫ and you always say boss is right, so customer is right. If customer is right, boss is right, and he said you are maha bevakoof. ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਹਰ ਵੇਲੇ ਠੀਕ ਹੀ ਹਾਂ। ਦੂਜੀ ਐਗਜ਼ਾਮਪਲ, ਜਦੋਂ ਅਸੀਂ ਦਿੱਲੀ ਸੈਮੀਨਾਰ ਸ਼ੁਰੂ ਕੀਤਾ 1996 'ਚ, ਪਹਿਲਾ ਸੈਮੀਨਾਰ ਕਰਨ ਤੋਂ ਬਾਅਦ ਸਾਰੇ ਮੈਨੂੰ ਕਹਿੰਦੇ ਇੰਨੇ ਸਾਲਾਂ ਬਾਅਦ ਅਮਰੀਕਾ ਤੋਂ ਤੁਸੀਂ ਆਏ ਹੋ, ਲੋਕਾਂ ਦੇ ਦਿਮਾਗ ਵਿੱਚ ਜੇ ਗੱਲ ਬਿਠਾਣੀ ਹੈ ਲਗਾਤਾਰ ਕਰਨੀ ਪੈਂਦੀ ਹੈ ਭੁਪਿੰਦਰ ਸਿੰਘ ਜੀ। ਜੇ ਹਰ 2 ਮਹੀਨੇ ਬਾਅਦ ਆਓਗੇ ਤਾਂ ਗੱਲ ਬਣੇਗੀ, ਜੇ ਤੁਸੀਂ 10-15 ਸਾਲਾਂ ਬਾਅਦ ਆਓਗੇ ਤਾਂ ਲੋਕੀ ਭੁੱਲ ਜਾਂਦੇ ਨੇ। ਤਾਂ ਮੈਂ ਸੋਚਿਆ ਚਲੋ ਇਹ ਚੈਲੰਜ ਲੈਂਦੇ ਹਾਂ। ਇਸ ਕਰਕੇ ਮੈਂ ਆਪਣਾ ਕੰਮ ਕਾਜ, ਬਿਜ਼ਨਸ, ਨੌਕਰੀ ਸਭ ਕੁਝ ਛੋੜ ਕੇ ਟੱਬਰ ਦੀ ਪਰਵਾਹ ਨਾ ਕਰਦਿਆਂ ਆ, ਪਰ ਮੈਨੂੰ ਕਿਸੇ ਨੇ ਕਿਹਾ ਤੁਸੀਂ ਟੱਬਰ ਨੂੰ ਇੰਡੀਆ ਹੀ ਲੈ ਆਓ ਨਾ। ਸੋ ਮੈਂ ਆਪਣੀ ਬੇਟੀ ਔਰ ਆਪਣੀ ਵਾਈਫ ਨੂੰ ਲੈ ਕੇ ਇੰਡੀਆ ਚਲਾ ਗਿਆ ਔਰ ਮੈਂ ਬੱਚੀ ਨੂੰ ਸਕੂਲ ਦਾਖਲ ਕਰਾਇਆ। ਕੁਝ ਦਿਨਾਂ ਬਾਅਦ ਬੱਚੀ ਕਹਿੰਦੀ ਆ ਪਾਪਾ ਮੈਂ ਇੱਥੇ ਨਹੀਂ ਪੜ੍ਹਨਾ। ਪੁੱਛਿਆ ਕਿਉਂ? ਕਹਿੰਦੀ ਹੈ ਸਕੂਲ ਅੰਦਰ ਇੱਕ ਬੱਚਾ ਗਲਤੀ ਕਰਦਾ ਮੈਮ ਆ ਕੇ ਸਭ ਨੂੰ ਪਨਿਸ਼ ਕਰਦੀ ਹੈ, ਮੈਂ ਤੇ ਕੁਛ ਵੀ ਨਹੀਂ ਕੀਤਾ ਸੀ। ਆਈ ਡੋਂਟ ਲਾਈਕ ਦਿਸ ਸਿਸਟਮ। ਅਸੀਂ ਉਹਨੂੰ ਕਿਹਾ ਕੋਈ ਗੱਲ ਨਹੀਂ, ਤੇਰੀ ਟੀਚਰ ਨਾਲ ਗੱਲ ਕਰਾਂਗੇ। ਦੂਜੇ ਦਿਨ ਆ ਕੇ ਕਹਿੰਦੀ ਹੈ ਮੈਂ ਇੱਥੇ ਰਹਿਣਾ ਹੀ ਨਹੀਂ। ਪੁੱਛਿਆ ਕਿਉਂ? ਕਹਿੰਦੀ ਹੈ ਗਲੀ ਵਿੱਚ ਜਦੋਂ ਬੱਚੇ ਖੇਡਦੇ ਨੇ ਨਾ, ਇਹਨਾਂ ਨੂੰ ਮੈਨਰਸ ਨਹੀਂ ਹੈ ਪਾਪਾ। 5-6 ਸਾਲ ਦੀ ਬੱਚੀ ਮੈਨੂੰ ਸੁਣਾ ਰਹੀ ਹੈ ਗੱਲ। ਉਹ ਬੱਚਾ ਜਦੋਂ ਸਾਈਕਲ ਚਲਾਉਂਦਾ ਹੈ ਨਾ, ਸਾਰਿਆਂ ਦੇ ਪੈਰ ਉੱਤੇ ਚੜਾ ਦਿੰਦਾ ਹੈ। ਇਸ ਤੋਂ ਬਾਅਦ ਉਹਨੇ ਇੱਕ ਲਫ਼ਜ਼ ਵਰਤਿਆ ਜਿਹਦੇ ਪਿੱਛੇ ਮੈਂ ਸੀਨ ਸੁਣਾਇਆ। ਕਹਿੰਦੀ ਹੈ ਪਾਪਾ ਪਤਾ ਨਹੀਂ। ਮੈਂ ਕਿਹਾ ਉਹ ਕਿਉਂ ਚੜਾ ਦਿੰਦਾ ਸਾਈਕਲ ਦੂਜਿਆਂ ਦੇ ਪੈਰ ਤੇ? ਕਹਿੰਦੀ ਪਤਾ ਨਹੀਂ ਉਹਨੂੰ ਕੀ ਝੱਲ ਪੈ ਜਾਂਦਾ। ਉਹਨੇ ਬਹੁਤ ਇਨੋਸੈਂਟਲੀ ਕਿ ਲਫ਼ਜ਼ ਵਰਤਿਆ। ਇਹ ਲਫ਼ਜ਼ ਨੂੰ ਮੈਂ ਕੈਚ ਕਰ ਲਿਆ ਕਿ ਹੁਣ ਇਹ ਗੱਲ ਮੇਰੀ ਮਰਜ਼ੀ ਦੇ ਬਰਖਲਾਫ ਹੋਣ ਵਾਲੀ ਹੈ ਔਰ ਮੈਨੂੰ ਝੱਲ ਪੈਣ ਵਾਲਾ ਹੈ। ਸਾਰੀ ਦੁਨੀਆ ਮੇਰੇ ਮੁਤਾਬਕ ਚੱਲਿਆ ਕਰੇ। ਨਿਊਯਾਰਕ ਮੈਂ ਆਪਣੇ ਘਰ ਤੋਂ ਇੱਕ ਸਟੋਰ ਜਾ ਰਿਹਾ ਸੀ, ਰਸਤੇ ਵਿੱਚ ਚਰਚ ਦੇ ਬਾਹਰ ਲਿਖਿਆ ਸੀ ਯੂ ਵਿਲ ਬੀ ਆਲਵੇਜ਼ ਅਪਸੈਟ ਇਫ ਯੂ ਵਾਂਟ that the whole world should go according to you। ਸਾਰੀ ਦੁਨੀਆ ਤੁਹਾਡੇ ਮੁਤਾਬਕ ਚੱਲਿਆ ਕਰੇ, ਤੁਸੀਂ ਕਦੇ ਖੁਸ਼ੀ ਨਹੀਂ ਮਾਣ ਪਾਓਗੇ ਕਿਉਂਕਿ ਤੁਸੀਂ ਆਪਣੇ ਘਰੋਂ ਬਾਹਰ ਨਿਕਲੇ, ਕੋਈ ਗਲਤ ਕਾਰ ਪਾਰਕ ਕਰ ਗਿਆ। ਤੁਸੀਂ ਪਾਰਕਿੰਗ ਲੋਟ ਤੇ ਪਹੁੰਚੇ, ਕਿਸੇ ਨੇ ਪਾਰਕ ਠੀਕ ਨਹੀਂ ਕੀਤੀ ਹੋਈ, ਕੋਈ ਗਲਤ ਚਲਾ ਕੇ ਆ ਗਿਆ ਵੇ, ਕੋਈ ਰੋਂਗ ਸਾਈਡ ਤੋਂ ਚਲਾ ਕੇ ਆ ਗਿਆ ਵੇ। ਥਾਂ ਥਾਂ ਤੇ ਲੋਕੀ ਗਲਤ ਕਾਰਾਂ ਪਾਰਕ ਕਰਦੇ ਰਹਿਣਗੇ, ਥਾਂ ਥਾਂ ਤੇ ਕੋਈ ਨਾ ਕੋਈ ਕੁਝ ਕਰਦਾ ਰਹੇਗਾ ਤੇ ਤੁਸੀਂ ਅਪਸੈਟ ਹੋਣ ਦਾ ਠੇਕਾ ਚੁੱਕਿਆ ਹੋਇਆ ਹੈ। ਤੁਸੀਂ ਕਹੋਗੇ ਪਤਾ ਨਹੀਂ ਕਿਸ ਨੇ ਇਹਨਾਂ ਨੂੰ ਲਾਇਸੈਂਸ ਦੇ ਦਿੱਤਾ ਹੈ, ਪੜ੍ਹੇ ਲਿਖੇ ਹੋ ਕੇ ਵੀ ਦੇਖੋ ਕਿਸ ਤਰ੍ਹਾਂ ਪਾਰਕ ਕਰ ਗਏ ਨੇ, ਇਹਨਾਂ ਨੂੰ ਅਕਲ ਨਹੀਂ ਹੈ। ਉਹ ਭਾਵੇਂ ਉੱਥੇ ਖੜਾ ਨਹੀਂ ਹੈ, ਤੁਹਾਨੂੰ ਆਪਣੀ ਈਗੋ ਦਾ ਹਉਮੈ ਦਾ ਕੰਡਾ ਚੁੱਭ ਗਿਆ। ਮੈਂ ਠੀਕ ਹਾਂ,
मैनू बड़ी सोहनी चलानी आती है, मैनू पार्क बड़ी वधिया करनी आती है, क्योंकि मैं तो परफेक्ट ही हाँ। लेकिन वो कार गलत खड़ी कर गया, तुहानू देखण सार झल पैण वाला है। इसनू देख सकीए, अपने तो ऊपर उठ सकीए, ये झल देख सकीए कि मैनू पैण वाला है। एंड दैट इज द टाइम यू ग्रैब इट एंड डोंट लेट योर बैलेंस लूज। अपना बैलेंस लूज ना होण देइए। संतोख ਅਤੇ ਸਬਰ ਗੁਰਬਾਣੀ ਚੋਂ ਸਿੱਖਦੇ ਹਾਂ। ਸਬੂਰ ਲਫ਼ਜ਼ ਤੋਂ ਸਬਰ ਬਣਿਆ। ਸਬੂਰ ਕਿੱਥੋਂ ਬਣਿਆ? ਲੰਗਰ ਤੋਂ। ਲੰਗਰ ਕਿਹਨੂੰ ਕਹਿੰਦੇ ਨੇ? ਮੈਂ ਪੜ੍ਹ ਕੇ ਹੈਰਾਨ ਹੋਇਆ। ਸਮੁੰਦਰ ਦੇ ਵਿੱਚ ਜਿੱਥੇ ਬਹੁਤ ਤੇਜ਼ ਲਹਿਰਾਂ ਆਉਣ, ਵੇਵਸ ਆ ਰਹੀਆਂ ਨੇ, ਛੱਲਾਂ ਆ ਰਹੀਆਂ ਨੇ, ਉੱਥੇ ਸ਼ਿਪ ਜਾਂ ਕਸ਼ਤੀ ਡੁੱਬ ਨਾ ਜਾਏ, ਉਹ ਇੱਕ ਰੱਸੀ ਜਿਹਦੇ ਅੱਗੇ ਐਂਕਰ ਲੱਗਾ ਹੁੰਦਾ ਹੈ, ਜਿਸ ਦਾ ਇੱਕ ਬ੍ਰੈਂਡ ਨੇਮ ਦਾ ਸਾਈਨ ਬਣਿਆ ਹੋਇਆ ਹੈ, ਸ਼ੈਨੇਲ, ਉਹ ਉਸ ਨੂੰ ਲੰਗਰ ਨੂੰ ਥੱਲੇ ਸੁੱਟਦੇ ਨੇ। ਉਹ ਸਮੁੰਦਰ ਦੀ ਗਹਿਰਾਈ 'ਚ ਜਾ ਕੇ ਖੁੱਭ ਜਾਂਦਾ ਹੈ ਔਰ ਕਸ਼ਤੀ ਡੱਕੇ ਡੋਲੇ ਖਾਣ ਤੋਂ, ਡੁੱਬਣ ਤੋਂ, ਪਲਟਣ ਤੋਂ ਬਚ ਜਾਂਦੀ ਹੈ। ਉਸ ਤੋਂ ਕਰਦੇ ਕਰਦੇ ਲਫ਼ਜ਼ ਬਣਿਆ ਸਬੂਰ। ਸਬੂਰ ਤੋਂ ਲਫ਼ਜ਼ ਬਣਿਆ ਸਬਰ। ਮੇਰੇ ਚਾਰੋਂ ਪਾਸੇ ਹਰ ਵੇਲੇ ਕੋਈ ਨਾ ਕੋਈ ਗਲਤੀ ਕਰੇਗਾ, ਮੇਰੀ ਜ਼ਿੰਦਗੀ ਦਾ ਟਾਈਟੈਨਿਕ ਡੁੱਬ ਸਕਦਾ ਹੈ, ਤੇ ਮੈਂ ਸਬਰ ਰੱਖਾਂ। ਸਬਰ ਅੰਦਰ ਸਾਬਰੀ, ਤਨ ਇਵੇਂ ਜਾਲੇਨ, ਹੋਣ ਨਜ਼ੀਕ ਖੁਦਾਏ ਦੇ, ਭੇਤ ਨਾ ਕਿਸੇ ਦੇ। ਸਬਰ ਕਮਾਉਣਾ ਪੈਂਦਾ ਹੈ। ਸਬਰ ਕਮਾਉਣ ਵਾਸਤੇ ਧਰਮ ਦਾ ਪੱਲਾ ਫੜਨਾ ਪੈਂਦਾ ਹੈ। ਧਰਮ ਮੈਨੂੰ ਜੋ ਗੱਲ ਸੁਣਾਉਂਦਾ ਹੈ, ਉਹ ਸੁਣ ਕੇ ਸੁਣਿਆ ਦੁੱਖ ਪਾਪ ਕਾ ਨਾਸ਼। ਫਾਇਦਾ ਕੀ ਹੁੰਦਾ? ਨਾਨਕ ਭਗਤਾਂ ਸਦਾ ਵਿਗਾਸ, ਖੇੜਾ ਖੁਸ਼ੀ ਮਿਲਦੀ ਹੈ। ਦੂਜਿਆਂ ਦੇ ਅਵਗੁਣ ਦੇਖ ਕੇ ਮੈਂ ਸਬਰ ਸੰਤੋਖ ਕਰ ਸਕਾਂ, ਉਹਨਾਂ ਨੂੰ ਨਸ਼ਰ ਨਾ ਕਰਾਂ, ਉਹਨਾਂ ਦੇ ਪਰਦੇ ਨਾ ਚੁੱਕਾਂ, ਉਹਨਾਂ ਦੀ ਬੇਇੱਜ਼ਤੀ ਨਾ ਕਰਾਂ, ਉਹਨਾਂ ਦੇ ਪਰਦੇ ਕੱਜਣ ਵਾਸਤੇ ਮੇਰੇ ਕੋਲ ਸਬਰ ਹੋਵੇ, ਉਹਨਾਂ ਨੂੰ ਥੱਪੜ ਨਾ ਮਾਰਨ ਦਾ ਮੇਰੇ ਕੋਲ ਸਬਰ ਹੋਵੇ, ਉਹਨਾਂ ਨੂੰ ਕ੍ਰੋਧਿਤ ਅੱਖਾਂ ਨਾ ਕੱਢਣ ਦਾ ਮੇਰੇ ਕੋਲ ਸਬਰ ਹੋਵੇ, ਉਹਨਾਂ ਨੂੰ ਘੂਰੀ ਵੱਟ ਕੇ ਡਰਾਉਣ ਦਾ ਨਾ ਕਰਨ ਵਾਲਾ ਮੇਰੇ ਕੋਲ ਸਬਰ ਹੋਵੇ, ਕਿ ਮੈਂ ਘੂਰੀ ਨਾ ਵੱਟਾਂ, ਮੈਂ ਡਰਾਵਾਂ ਨਾ। ਇੱਕ ਸੱਜਣ ਨੂੰ ਮੈਂ ਮਿਲਿਆ, ਮੈਂ ਉਹਨਾਂ ਨੂੰ ਕਿਹਾ, ਇਹ ਤੁਹਾਡੇ ਹੱਥ ਨੂੰ ਪੱਟੀ ਕਿਉਂ ਬੰਨੀ ਹੋਈ ਹੈ, ਪਲਾਸਟਰ ਕਿਉਂ ਚੜਿਆ ਹੋਇਆ? ਕਹਿੰਦਾ ਯਾਰ ਉਹ ਆਫਿਸ ਅੰਦਰ ਨਾ ਐਂਪਲੋਈ ਨੇ ਕੁਛ ਗੜਬੜ ਕੀਤੀ ਸੀ, ਮੈਨੂੰ ਇੰਨੀ ਜ਼ੋਰ ਦੀ ਗੁੱਸਾ ਆਇਆ, ਮੈਂ ਗੁੱਸੇ ਦੇ ਨਾਲ ਟੇਬਲ 'ਤੇ ਮੁੱਕਾ ਮਾਰਿਆ, ਔਰ ਟੇਬਲ 'ਤੇ ਮੁੱਕਾ ਮਾਰ ਕੇ ਵੀ ਨਾ ਉਹ ਮੈਨੂੰ ਦੋ ਗੱਲਾਂ ਅੱਗੋਂ ਹੋਰ ਕਹਿ ਗਿਆ। ਮੈਂ ਗੁੱਸੇ ਦੇ ਨਾਲ ਆਪਣੇ ਕੈਬਿਨ ਤੋਂ ਬਾਹਰ ਨਿਕਲਿਆ, ਲੇਕਿਨ ਉਹ ਬੂਹਾ ਇੰਝ ਕਰਕੇ ਗਿਆ ਸੀ, ਮੈਂ ਬੂਹਾ ਸ਼ੀਸ਼ੇ ਦਾ ਸੀ, ਕੁੱਟ ਕੇ ਉੱਥੇ ਮੁੱਕਾ ਮਾਰਿਆ, ਮੇਰੀ ਇੱਥੋਂ ਹੱਡੀ ਵੀ ਟੁੱਟ ਗਈ, ਬਲੀਡਿੰਗ ਹੋ ਰਹੀ ਹੈ। ਉਹ ਬੰਦਾ ਚਲਾ ਗਿਆ, ਉਹ ਅੱਗੋਂ ਤੋਂ ਆਇਆ ਹੀ ਨਹੀਂ। ਠੀਕ ਹੈ, ਮੈਂ ਤੁਹਾਡਾ ਜੌਬ ਨਹੀਂ ਕਰੂੰਗਾ। ਉਹ ਤੂੰ ਕਰੋੜਾਂ ਕਮਾਉਣ ਵਾਲਾ, ਇੱਕ ਬੰਦੇ ਨੂੰ ਫਿਊ ਥਾਊਜ਼ੈਂਡਸ ਰੁਪਈਏ ਦੀ ਤਨਖਾਹ ਦੇਣ ਵਾਲਾ ਘਾਟੇ 'ਚ ਰਿਹਾ ਨਾ। ਉਹਨੇ ਕਿਹਾ ਠੀਕ ਹੈ, ਟੂ ਹੈਲ ਵਿਦ ਯੂ, ਆਈ ਡੋਂਟ ਵਰਕ ਵਿਦ ਯੂ। ਉਹ ਤੇ ਚਲਾ ਗਿਆ। ਤੈਨੂੰ ਕਿਸ ਮੂਰਖ ਨੇ ਸਮਝਾਇਆ ਕਿ ਕਿਸੇ ਦੀ ਗਲਤੀ ਦੀ ਸਜ਼ਾ ਆਪਣੇ ਆਪ ਨੂੰ ਦੇਈਦਾ?
ਖੂੰਡੀ ਦੀ ਖਿਡਾਰੀ ਖੇਡਦਾ, ਮੈਂ ਜਿੱਤਣਾ ਹੈ, ਮੈਨੂੰ ਅਕਲ ਜ਼ਿਆਦਾ ਹੈ, ਮੈਂ ਠੀਕ ਹੈਗਾ, ਆਈ ਐਮ ਆਲਵੇਜ਼ ਰਾਈਟ। ਖੁਦਗਰਜ਼ ਹੈ, ਕੁੱਕੜ ਦੀ ਉਡਾਰੀ ਕਰਦਾ ਹੈ, ਹੰਸਾਂ ਵਾਲਾ ਜੀਵਨ ਤੂੰ ਨਹੀਂ ਜੀ ਸਕਦਾ, ਤੂੰ ਸੁਣਿਆ ਹੈ ਪਰ ਜੀ ਨਹੀਂ ਸਕਦਾ, ਤੂੰ ਖੁਦਗਰਜ਼ ਹੈ। ਖੁਦਗਰਜ਼ ਪਤੀ ਪਤਨੀ ਨੂੰ ਕਹਿੰਦਾ ਹੈ, ਜਦੋਂ ਮੈਂ ਸਵੇਰੇ ਉੱਠਾਂ ਬਾਥਰੂਮ ਮੇਰੇ ਵਾਸਤੇ ਵੇਲਾ ਹੋਣਾ ਚਾਹੀਦਾ ਹੈ। ਲੇਕਿਨ ਜੇ ਪਤਨੀ ਖੁਦਗਰਜ਼ ਹੈ, ਉਹ ਕਹੇਗੀ ਨਾ ਪਤੀ ਪਤਨੀ ਦੋਨੋਂ ਬਰਾਬਰ ਹੁੰਦੇ ਨੇ, ਇਸਤਰੀ ਮਰਦ ਬਰਾਬਰ ਹੁੰਦੇ ਨੇ, ਨਾ ਮੈਂ ਹੀ ਤੁਹਾਡੇ ਵਾਸਤੇ ਚਾਹ ਬਣਾਇਆ ਕਰਾਂ, ਉਹ ਅੱਗੋਂ ਆਕੜ ਜਾਏ ਤਾਂ ਘਰ ਮਹਾਭਾਰਤ ਹੋਏਗੀ ਨਾ। ਮੈਂ ਨਾ ਤੁਹਾਡੇ ਅੱਗੇ ਸ਼ਬਦ ਨੂੰ ਨਾ ਐਕਸਪਲੋਰ ਕਰ ਰਿਹਾ, ਸ਼ਬਦ ਚੋਂ ਗਹਿਰਾਈਆਂ ਲੱਭ ਰਿਹਾ। ਅਸੀਂ ਆਪਣੀ ਮਨ ਦੇ ਘੋੜੇ ਉੱਤੇ ਚੜ੍ਹੇ ਹੋਏ ਹਾਂ, ਮਨ ਦੇ ਘੋੜੇ ਦਾ ਬੈਲੈਂਸ ਆਉਂਦਾ ਨਹੀਂ ਹੈ। ਤਗੜੇ ਤਗੜੇ ਘੁੜਸਵਾਰ ਆਪਣੇ ਘੋੜੇ ਦੇ ਕਾਰਨ ਆਪਣੀ ਜਾਨ ਗਵਾ ਬੈਠਦੇ ਨੇ ਜਦੋਂ ਘੋੜਾ ਉਹਨਾਂ ਦੇ ਕਾਬੂ ਤੋਂ ਬਾਹਰ ਨਿਕਲ ਜਾਂਦਾ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਵਿਗਾਸ ਹੀ 'ਚ ਰਿਹਾ ਕਰ, ਤੂੰ ਖੇੜੇ 'ਚ ਰਿਹਾ ਕਰ। ਉਹਦੀ ਨਿਸ਼ਾਨੀ ਹੈ ਖੁਦਗਰਜ਼ ਨਾ ਬਣ। ਖੁਦਗਰਜ਼ੀ ਕੁੱਕੜ ਦੀ ਉਡਾਰੀ ਹੁੰਦੀ ਹੈ। ਦੋਜ਼ ਹੂ ਵਾਂਟ ਟੂ ਫਲਾਈ ਦੇ ਡੋਂਟ ਸਿਟ ਵਿਦ ਦ ਟਰਕੀਜ਼। ਤੂੰ ਇਹ ਕੀ ਕੁੱਕੜਾਂ ਦੇ ਨਾਲ ਬੈਠਾ ਰਹਿੰਦਾ ਹੈ? ਉੱਚੀ ਉਡਾਰੀ ਲੈਣੀ ਹੈ, ਗੁਰੂ ਦੀ ਗੱਲ ਸੁਣ। ਗੁਰੂ ਆਕਾਸ਼ 'ਤੇ ਉੱਡਣ ਦੀ ਅਕਲ ਦਿੰਦਾ ਹੈ। ਨਿਕਸਰੇ ਪੰਖੀ ਸਿਮਰ ਹਰ ਪੰਖ। ਆਪਣੇ ਪਰਾਂ ਨੂੰ ਯਾਦ ਕਰ, ਤੂੰ ਉੜ ਸਕਦਾ ਹੈ। ਸਿਰਫ ਤੈਨੂੰ ਧਿਆਨ ਕਰਨਾ ਹੈ ਕਿ ਮੈਂ ਆਪਣੀ ਖੁਦਗਰਜ਼ੀ ਤੋਂ ਉੱਠਾਂ। ਖੁਦਗਰਜ਼ੀ ਤੋਂ ਉੱਠਣ ਦਾ ਤਰੀਕਾ ਕੀ ਹੈ? ਮੈਂ ਦੂਜਿਆਂ ਵਾਸਤੇ ਜੀਣ ਨੂੰ ਤਿਆਰ ਹਾਂ। ਜਿਹੜਾ ਪਤੀ ਕਹਿੰਦਾ ਮੇਰੇ ਵਾਸਤੇ ਚਾਹ ਤਿਆਰ ਹੋਵੇ, ਮੇਰੇ ਵਾਸਤੇ ਅਖਬਾਰ ਸਾਹਮਣੇ ਲਿਆ ਕੇ ਪਈ ਹੋਵੇ ਔਰ ਮੇਰੇ ਵਾਸਤੇ ਚਾਹ ਤੋਂ ਇਲਾਵਾ ਬ੍ਰੇਕਫਾਸਟ ਟਾਈਮ ਸਿਰ ਤਿਆਰ ਹੋਵੇ, ਉਹ ਪਤੀ ਹਮੇਸ਼ਾ ਅਪਸੈਟ ਤੇ ਦੁਖੀ ਰਹਿੰਦਾ ਹੈ। ਤੇ ਦੁਨੀਆ ਵਿੱਚ ਸਾਡਾ ਇੱਕ ਸੈਮੀਨਾਰ ਅਸੀਂ ਕੀਤਾ ਸੀ, ਉਹਦਾ ਨਾਂ ਰੱਖਿਆ ਸੀ ਛੁਗਮਲ, ਇੰਗਲਿਸ਼ ਵਿੱਚ ਬੀਟਰ। ਉਹਦੇ ਵਿੱਚ ਅਸੀਂ ਸਾਂਝ ਕੀਤੀ ਸੀ ਕਿ ਇਹ ਗੱਲ ਗੱਲ 'ਤੇ ਬੈਕ ਸਟੈਬਿੰਗ ਵਾਲਾ ਛੁਰਾ ਚਲਾਉਣਾ, ਗੱਲ ਗੱਲ 'ਤੇ ਇੱਕ ਦੂਜੇ ਨੂੰ ਗਾਲਾਂ ਕੱਢਣਾ, ਸਾਡੇ ਬੱਚਿਆਂ ਦਾ ਕੀ ਬਣੇਗਾ। ਇਸ ਕਰਕੇ ਮੈਂ ਇੱਕ ਐਗਜ਼ਾਮਪਲ ਸਾਂਝ ਕੀਤੀ ਸੀ ਕਿ ਗਲੀ ਦੀ ਨੁੱਕਰ 'ਤੇ ਦੋ ਛੋਟੇ ਛੋਟੇ ਬੱਚੇ ਆਪਸ ਵਿੱਚ ਲੜ ਰਹੇ ਸੀ। ਕੋਲੋਂ ਇੱਕ ਵੱਡਾ ਬੰਦਾ ਲੰਘਿਆ ਔਰ ਉਹਨਾਂ ਨੂੰ ਕਹਿੰਦਾ, ਬੇਟਾ ਲੜ ਕਿਉਂ ਰਹੇ ਹੋ, ਐਸੇ ਲੜਤੇ ਨਹੀਂ ਹੈ। ਉਹਨਾਂ ਬੱਚਿਆਂ ਨੇ ਉਹਨਾਂ ਨੂੰ ਕਿਹਾ, ਅੰਕਲ ਹਮ ਲੜ ਨਹੀਂ ਰਹੇ ਹੈ, ਹਮ ਤੋਂ ਮੰਮੀ ਪਾਪਾ ਖੇਲ ਰਹੇ ਹੈ। ਔਰ ਜਿਹੜੇ ਮੰਮੀ ਪਾਪਾ ਲੜਦੇ ਰਹਿੰਦੇ ਨੇ, ਉਹਨਾਂ ਦੇ ਬੱਚੇ ਵੱਡੇ ਹੋ ਕੇ ਥੋੜ੍ਹਾ ਜਿਹਾ ਡਿਸਟਰਬਡ ਰਹਿੰਦੇ ਨੇ। ਜਿਹੜੇ ਮੰਮੀ ਪਾਪਾ ਲੜਦੇ ਨੇ, ਬੱਚਿਆਂ ਨੂੰ ਕਹਿੰਦੇ ਨੇ ਗੁਰਦੁਆਰੇ ਜਾਓ, ਉਹਨਾਂ ਦੇ ਬੱਚੇ ਸੋਚਦੇ ਨੇ ਮੇਰੇ ਮੰਮੀ ਪਾਪਾ ਬਾਣੀ ਪੜ੍ਹਦੇ ਨੇ ਪਰ ਇਹ ਆਪਸ ਵਿੱਚ ਬੜਾ ਲੜਦੇ ਨੇ। ਬੱਚਾ ਮਿਸਟੇਕਨਲੀ ਇਹ ਕਹਿਣਾ ਸ਼ੁਰੂ ਕਰ ਦਿੰਦਾ ਮੈਂ ਗੁਰਦੁਆਰੇ ਕਿਉਂ ਜਾਵਾਂ। ਬੱਚੇ ਨੂੰ ਨਹੀਂ ਪਤਾ ਕਿ ਗੁਰਦੁਆਰੇ ਲੜਾਈ ਨਹੀਂ ਸਿਖਾਈ ਜਾ ਰਹੀ। ਬੱਚੇ ਨੂੰ ਨਹੀਂ ਪਤਾ ਗੁਰਦੁਆਰੇ ਬਾਣੀ ਪੜ੍ਹ ਕੇ ਸਾਡੀ ਜੀਵਨ ਜਾਚ ਸਿਖਾਈ ਜਾ ਰਹੀ ਹੈ। ਬਾਣੀ ਰਾਹੀਂ ਤੇ ਨਾਨਕ ਭਗਤਾਂ ਸਦਾ ਵਿਗਾਸ ਸਿਖਾਇਆ ਜਾ ਰਿਹਾ ਹੈ। ਬਾਣੀ ਪੜ੍ਹ ਕੇ ਤਾਂ ਸਬਰ ਸਿਖਾਇਆ ਜਾ ਰਿਹਾ ਹੈ। ਬਾਣੀ ਪੜ੍ਹ ਕੇ ਟੋਲਰੈਂਸ ਲੈਵਲ ਉੱਪਰ ਕੀਤਾ ਜਾਂਦਾ ਹੈ ਕਿ ਕਿਵੇਂ ਦੂਜੇ ਲੋਕੀ ਗਲਤ ਵੀ ਹੋਣ ਤਾਂ ਉਹਨਾਂ ਦੇ ਨਾਲ ਸਬਰ ਸੰਤੋਖ ਨਾਲ ਟੋਲਰੈਂਸ ਲੈਵਲ ਕਿਸ ਤਰ੍ਹਾਂ ਵਧਾਈਦਾ ਹੈ। ਜੇ ਇੱਕ ਬੰਦੇ ਨੇ ਸਿੱਖੀ ਬਾਰੇ ਕੁਛ ਨਹੀਂ ਪਤਾ ਔਰ ਅਗਲੀ ਕਾਰ ਵਾਲੇ ਨੂੰ ਸ਼ੀਸ਼ਾ ਉਤਾਰ ਕੇ ਜਾਂ ਹੌਂਕ ਕਰਕੇ ਬੁਰਾ ਭਲਾ ਕਹਿ ਕੇ ਗਾਲ ਕੱਢੀ ਹੈ, ਇਹਦੇ ਬਦਲੇ ਜਿਹੜਾ ਇੱਕ ਬੰਦਾ ਦੇਖਣ ਵਿੱਚ ਸਿੱਖੀ ਸਰੂਪ ਵਿੱਚ ਹੈ ਔਰ ਅੰਮ੍ਰਿਤ ਵੀ ਛਕਿਆ ਹੋਇਆ ਹੈ, ਜੇ ਇਹ ਵੀ ਆਪਣੀ ਪਤਨੀ ਨੂੰ, ਆਪਣੇ ਬੱਚਿਆਂ ਨੂੰ ਔਰ ਸੜਕ 'ਤੇ ਕਾਰ ਚਲਾਉਣ ਵਾਲਿਆਂ ਨੂੰ ਜਾਂ ਕਿਸੇ ਨੂੰ ਵੀ ਬੁਰਾ ਭਲਾ ਕਹਿੰਦਾ ਔਰ ਗਾਲ ਕੱਢਦਾ, ਦੋਵਾਂ ਦੇ ਕੰਡਕਟ ਵਿੱਚ
ਦੋਵਾਂ ਦੇ ਐਕਸ਼ਨਸ ਵਿੱਚ ਤੇ ਕੋਈ ਫਰਕ ਨਹੀਂ ਰਿਹਾ। ਪਰ ਜਿਹੜਾ ਗੁਰੂ ਕਾ ਸਿੱਖ ਹੈ ਇਹ ਆਪਣੀ ਜ਼ਬਾਨ ਨਾਲ ਬਾਣੀ ਪੜ੍ਹਦਾ ਹੈ, ਇਹ ਰੋਜ਼ ਬੋਲਦਾ ਹੈ ਵੇਖ ਕੇ ਅਡਿਟ ਕਰਨਾ। ਤਾਂ ਇਹ ਦੂਜਿਆਂ ਨੂੰ ਮਾਫ ਕਰ ਸਕਦਾ ਹੈ, ਦੂਜਿਆਂ ਨੂੰ ਬਰਦਾਸ਼ਤ ਕਰ ਸਕਦਾ ਹੈ। ਇਹਦੇ ਨਾਲ ਕੀ ਆਉਂਦਾ ਹੈ? ਖੇੜਾ, ਸਦਾ ਵਿਕਾਸ। ਸਦਾ ਵਿਕਾਸ ਦਾ ਮਤਲਬ ਮੈਂ ਕਿਸੇ ਵੀ ਸਿਚੁਏਸ਼ਨ ਵਿੱਚ ਕਿਸੇ ਵੀ ਜਗ੍ਹਾ ਬਿਨਾਂ ਅਪਸੈਟ ਹੋਇਆ ਰਜ਼ਾ ਵਿੱਚ ਰਹਿ ਸਕਦਾ ਹਾਂ। ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਇਹੋ ਵਿਕਾਸ ਹੈ। खुदगर्जी छूट गई और विकास खेड़ा आ गया। साडा समा ਅੱਧਾ ਘੰਟਾ ਹੋ ਰਿਹਾ। ਆਪ ਜੀ ਚਾਹੋ ਤੇ ਅਸੀਂ ਇੱਥੋਂ ਕੁਐਸਚਨ ਆਨਸਰ ਸ਼ੁਰੂ ਕਰ ਸਕਦੇ ਹਾਂ। ਵੀਰ ਜੀ ਮੇਰਾ ਸਵਾਲ ਹੈ ਕਿ ਜਿਸ ਕੰਟਰੀ 'ਚ ਵੀ ਵਰਲਡ 'ਚ ਕਿਤੇ ਵੀ ਕੋਈ ਸੇਵਾ ਕਰਨਾ ਚਾਹੁੰਦਾ ਹੈ ਤੇ ਘਰ ਘਰ ਤੱਕ ਕੋਈ ਮੈਸੇਜ ਪਹੁੰਚਾਉਣਾ ਜਾਂ ਗੁਰਮਤਿ ਜਾਂ ਕੋਈ ਵੀ, ਤੇ ਉਸਦਾ ਹੌਸਲਾ ਅਫਜ਼ਾਈ ਦੇਣਾ ਚਾਹੀਦਾ ਹੈ। ਤੇ ਉਹਨੂੰ ਉਹਦੇ ਪੈਰ ਕਿਉਂ ਖਿੱਚਦੇ ਨੇ ਕਿ ਅੱਗੇ ਜਾ ਕੇ ਵੱਡਾ ਬਣਦਾ ਇਹ ਮੈਸੇਜ ਕਿਉਂ ਦਿੰਦਾ ਜਾਂ ਕਿਸ ਤਰ੍ਹਾਂ? ਅਸੀਂ ਤਾਂ ਚਾਹੁੰਦੇ ਹਾਂ ਕਿ ਗੁਰਮਤਿ ਦਾ ਪ੍ਰੋਗਰਾਮ ਜਿਹੜਾ ਹੈ ਘਰ ਘਰ 'ਚ ਪਹੁੰਚਾਇਆ ਜਾਏ, ਅਤੇ ਇਸ ਤਰ੍ਹਾਂ ਲੋਕ ਕਿਉਂ ਕਰਦੇ ਨੇ? ਮੇਰੀ ਗੱਲ ਤਾਂ ਤੁਸੀਂ ਸਾਰੀ ਸਮਝ ਆ ਗਈ ਹੋਣੀ ਹੈ। ਤੁਹਾਡਾ ਨਾਂ ਕੀ ਹੈ? ਮੇਰਾ ਨਾਂ ਜੱਸੀ ਸਿੰਘ। ਜੱਸੀ ਸਿੰਘ ਜੀ, ਤੁਸੀਂ ਦੁਨੀਆ ਦੇ ਭਲੇ ਵਾਸਤੇ ਜਾਂ ਗੁਰਮਤਿ ਦਾ ਸੁਨੇਹਾ ਘਰ ਘਰ ਪਹੁੰਚਾਉਣ ਵਾਸਤੇ ਕੀ ਉਪਰਾਲਾ ਕਰਦੇ ਹੋ? ਦੁਨੀਆ ਵਾਸਤੇ ਅਸੀਂ ਤਾਂ ਚਾਹੁੰਦੇ ਹਾਂ ਕਿ ਪਹਿਲੇ ਆਪਣੀ ਲਿਵਿੰਗ ਕੰਟਰੀ 'ਚ ਕੁਛ ਕਰੀਏ। ਅੱਛਾ। ਜੋ ਕਿ ਜਿਹੜੇ ਸਾਡੇ ਬੱਚੇ ਘਰ ਦੇ ਕੋਈ ਵੀ ਹੈਗਾ ਗੁਰੂ ਘਰ ਤੋਂ ਦੂਰ ਹੈਗੇ ਨੇ, ਅਸੀਂ ਕਿਸੇ ਨਾ ਕਿਸੇ ਜ਼ਰੀਏ ਕਿਸੇ ਨਾ ਕਿਸੇ ਵਜ੍ਹਾ ਦੇ ਥਰੂ ਅਸੀਂ ਚਾਹੁੰਦੇ ਹਾਂ ਕਿ ਗੁਰਮਤਿ 'ਤੇ ਜਾਣ। ਬਟ ਨਹੀਂ, ਤੁਸੀਂ ਕੀ ਮਤਲਬ ਕੀ ਕਰਦੇ ਹੋ ਜਿਹਦਾ ਓਬਜੈਕਸ਼ਨ ਹੁੰਦਾ? ਓਬਜੈਕਸ਼ਨ ਇਹ ਹੈਗਾ ਕਿ ਨਹੀਂ, ਤੁਸੀਂ ਕੀ ਕਰਦੇ ਹੋ? ਅਸੀਂ ਸੰਗਤਾਂ ਵਾਲਾ ਸਾਨੂੰ ਇੱਕ ਵੈਬਸਾਈਟ ਦਿੱਤੀ ਹੋਈ ਹੈ। ਵੈਰੀ ਗੁੱਡ। ਸਵੀਡਨ ਦੀ ਸੰਗਤ ਵਾਲੇ ਇੱਕ ਵੈਬਸਾਈਟ ਚਲਾ ਰਹੇ ਹਾਂ। ਅੱਛਾ ਜੀ। ਮੇਰੇ ਇਨਬਾਕਸ ਵਿੱਚ ਮੇਰੇ ਮੈਸੇਜ ਹੋਰ ਵੀ ਕਈ ਤਰ੍ਹਾਂ ਦੇ ਇਸ ਤਰ੍ਹਾਂ SMS ਆਉਂਦੇ ਨੇ ਕਿ ਤੂੰ ਇਤਨਾ ਵੱਡਾ ਕਿਉਂ ਬਣਦਾ? ਤੂੰ ਵੱਡਾ ਕਿਉਂ ਬਣਦਾ? ਤੂੰ ਆਪਣੇ ਆਪ ਨੂੰ ਕਿਉਂ ਅੱਗੇ ਕਰਦਾ? ਆਪਣੇ ਲੋਕ ਇੱਦਾਂ ਕਹਿੰਦੇ। ਨਹੀਂ ਤੇ ਕੋਈ ਤੇ ਕਰੇਗਾ, ਕੋਈ ਤਾਂ ਕਰੇਗਾ ਨਾ, ਕਿਸੇ ਨਾਲ ਕਿਸੇ ਪਾਸੇ ਤਾਂ ਸ਼ੁਰੂਆਤ ਕਰਨੀ ਪਏਗੀ। ਹਾਂ, ਤਾਂ ਤੁਹਾਨੂੰ ਮਾਈਂਡ ਹੁੰਦਾ ਵੀ ਤੁਹਾਨੂੰ ਕਹਿੰਦੇ ਵੱਡਾ? ਮਾਈਂਡ ਨਹੀਂ ਹੁੰਦਾ, ਮੈਨੂੰ ਉਲਟਾ ਹੋਰ ਹੌਸਲਾ ਅਫਜ਼ਾਈ ਚਾਹੀਦੀ ਹੈ, ਹੋਰ ਪੈਰੋਂ ਖਿੱਚਦੇ ਨੇ। ਨਹੀਂ, ਜੇ ਉਹ ਹੌਸਲਾ ਅਫਜ਼ਾਈ ਨਹੀਂ ਕਰਨਗੇ ਤੁਸੀਂ ਤਾਂ ਵੀ ਕਰਨਾ ਹੈ ਕੰਮ। ਬਿਲਕੁਲ ਜੀ ਕਰਾਂਗੇ। ਤਾਂ ਫਿਰ ਤੁਸੀਂ ਉਹਨਾਂ ਦੀ ਹੌਸਲਾ ਅਫਜ਼ਾਈ ਨੂੰ ਰਹਿਣ ਦਿਓ। ਸਾਡੇ ਘਰ ਵਿੱਚ ਜਿਸ ਤਰ੍ਹਾਂ ਮਾਂ ਸਾਰਿਆਂ ਦੀ ਹੈਲਪ ਕਰਦੀ ਹੈ, ਸਾਰਿਆਂ ਵਾਸਤੇ ਆਪਣਾ ਤਨ ਮਨ ਲਾਉਂਦੀ ਹੈ, ਅਸੀਂ ਤਾਂ ਉਹਦੀ ਕੋਈ ਹੌਸਲਾ ਅਫਜ਼ਾਈ ਨਹੀਂ ਕਰਦੇ। ਉਹ ਆਪਣੇ ਬੀਇੰਗ ਵਿੱਚ, ਆਪਣੇ ਉਸ ਉਮਾ ਵਿੱਚ ਕਰਦੀ ਜਾਂਦੀ ਹੈ ਨਾ। ਬਿਲਕੁਲ। ਬਸ ਤੁਸੀਂ ਉਹਨਾਂ ਦੀ ਲੈਗ ਪੁਲਿੰਗ ਤੋਂ ਨਾ ਘਬਰਾਓ, ਤੁਸੀਂ ਆਪਣਾ ਕੀਮਤੀ ਕੰਮ ਕਰੋ। ਸੰਤ ਨਾ ਛਾਡੇ ਸੰਤ ਹੀ ਜੇ ਕੋਟਕ ਮਿਲਿਆ ਸੰਤ, ਤਾਂ ਤੁਸੀਂ ਆਪਣਾ ਕੀਮਤੀ ਕੰਮ ਕਰੀ ਜਾਓ। ਤੁਹਾਡੀ ਇੰਟੈਂਸ਼ਨ ਵੱਡਾ ਬਣਨ ਦੀ ਹੈ ਕਿ ਕੰਮ ਕਰਨ ਦੀ ਹੈ? ਸਾਨੂੰ ਕੰਮ ਕਰਨ ਦੀ, ਅਸੀਂ ਨੀਵੇਂ ਰਹਿਣਾ ਚਾਹੁੰਦੇ। ਤਾਂ ਬਸ ਤੁਸੀਂ ਆਪਣੇ ਅੰਦਰੋਂ ਸੋਚ ਲਓ ਨਾ ਕਿ ਮੈਂ ਨੀਵਾਂ ਹੈ, ਵੱਡਾ ਕਹਿੰਦੇ ਨੇ ਤਾਂ ਪਏ ਕਹਿਣ, ਤੁਸੀਂ ਤੇ ਵੱਡਾ ਬਣਨ ਵਾਸਤੇ ਨਹੀਂ, ਅਸੀਂ ਵੱਡਾ ਬਸ ਤੇ ਘਬਰਾਓ ਹੀ ਨਹੀਂ। ਅਸੀਂ ਸੰਗਤਾਂ ਨੂੰ ਜੋੜਨ ਵਾਸਤੇ ਕੋਸ਼ਿਸ਼ ਕਰਦੇ ਹਾਂ ਕਿ ਇਕੱਠੇ ਹੋਈਏ। ਵਾਹ, ਵੈਰੀ ਗੁੱਡ। ਤੁਸੀਂ ਆਪਣੀ ਸੈਲਫ ਐਸਟੀਮ ਨੂੰ ਬਰਕਰਾਰ ਰੱਖੋ, ਆਪਣੀ ਅਣਖ ਨੂੰ ਬਰਕਰਾਰ ਰੱਖੋ ਕਿ ਮੈਂ ਵੱਡਾ ਬਣਨ ਵਾਸਤੇ, ਚੌਧਰੀ ਬਣਨ ਵਾਸਤੇ ਨਹੀਂ ਕਰ ਰਿਹਾ। ਨਮਰਤਾ ਵਿੱਚ ਸੱਚ ਦੇ ਕੌਜ਼ ਵਾਸਤੇ ਕੰਮ ਕਰ ਰਿਹਾ। ਬਸ ਤੁਹਾਨੂੰ ਫਿਰ ਮਾਈਂਡ ਨਹੀਂ ਹੋਏਗਾ। ਗੱਲ ਵੀਰ ਜੀ ਮਾਈਂਡ ਦੀ ਨਹੀਂ ਹੈਗੀ। ਮਾਈਂਡ ਅੱਜ 2 ਸਾਲ ਹੋ ਗਏ ਸੇਵਾ ਕਰਦੇ ਹੋ। ਵਾਹ। ਬਟ ਸੰਗਤ ਜਾਣਦੀ ਹੈ, ਕੁਛ ਕਈਆਂ ਨੂੰ ਨਹੀਂ ਪਤਾ।
ਗੁਰਦੁਆਰੇ ਸਾਹਿਬ ਵੀ ਅਨਾਉਂਸ ਕਰ ਚੁੱਕੇ ਨੇ ਕਿ ਅਸੀਂ ਸੇਵਾ ਕਰ ਰਹੇ ਹਾਂ, ਸਾਡੇ ਹੌਸਲਾ ਅਫਜ਼ਾਈ ਵਿੱਚ ਸਾਨੂੰ ਸਾਥ ਚਾਹੀਦਾ ਹੈ। ਸਿਰਫ ਇਹੀ ਸੈਂਟੈਂਸ ਹੈ ਵੀ ਵੱਡਾ ਬਣਦਾ ਆਪਣੇ ਆਪ ਨੂੰ। ਹੋਰ ਕਈ ਗੱਲਾਂ ਨੇ ਜੋ ਕਿ ਅਸੀਂ ਸ਼ੇਅਰ ਨਹੀਂ ਕਰ ਸਕਦੇ। ਤੁਸੀਂ ਮੈਨੂੰ ਫੇਰ ਬੋਲੋ, ਤੁਸੀਂ ਵੱਡਾ ਬਣਨ ਵਾਸਤੇ ਕਰਦੇ ਹੋ ਕਿ ਕੰਮ ਕਰਨ ਵਾਸਤੇ? ਅਸੀਂ ਨੀਵਾਂ ਬਣਨ ਵਾਸਤੇ, ਬਸ ਨਹੀਂ, ਕੰਮ ਕਰਨ ਵਾਸਤੇ। ਕੰਮ ਵਾਸਤੇ ਕਰਨੇ ਆ, ਸੰਗਤਾਂ ਨੂੰ ਜੋੜਨ ਵਾਸਤੇ ਕਿ ਗੁਰਦੁਆਰੇ ਬਸ ਤੁਸੀਂ ਆਪਣੀ ਆਖੋ ਦੇ ਤੇ ਹੀ ਰੱਖੋ ਕਿ ਮੈਂ ਕੰਮ ਕਰਨਾ ਹੈ। ਮਨੂੰ ਕਹਿਣ ਵੱਡਾ ਬਣਨ ਵਾਸਤੇ ਕਰਦਾ ਤਾਂ ਵੀ ਕਰਨਾ ਹੈ, ਮਨੂੰ ਕਹਿਣ ਛੋਟਾ ਬਣਨ ਵਾਸਤੇ ਕਰਦਾ ਤਾਂ ਵੀ ਕਰਨਾ ਹੈ। ਮੈਂ ਨਮਰਤਾ ਨਾਲ ਕੰਮ ਕਰਨਾ ਹੈ ਔਰ ਕੰਮ ਕਰਨ ਵੇਲੇ ਕਿਸੇ ਉੱਤੇ ਹੁਕਮ ਚਾੜ ਕੇ ਉਹਨਾਂ ਨੂੰ ਇਨਸਰਟ ਨਹੀਂ ਕਰਨਾ। ਬਿਲਕੁਲ ਜੀ, ਡੋਮੀਨੇਟ ਨਹੀਂ ਕਰਨਾ। ਮੇਰੇ ਕਹਿਣ ਦਾ ਮਤਲਬ ਹੈ ਕਿ ਉਲਟਾ ਹੌਸਲਾ ਅਫਜ਼ਾਈ ਚਾਹੀਦੀ ਹੈ ਸਾਨੂੰ, ਸਾਡਾ ਨਹੀਂ ਸਾਥ ਕਰਨਗੇ। ਮੇਰੇ ਹੌਸਲਾ ਅਫਜ਼ਾਈ ਜੇ ਉਹ ਨਹੀਂ ਕਰਨਗੇ ਤਾਂ ਕੰਮ ਨਹੀਂ ਛੱਡਣਾ। ਉਹ ਤਾਂ ਨਹੀਂ ਛੱਡਾਂਗੇ ਵੀਰ ਜੀ। ਬਸ ਬਸ ਮੇਰਾ ਅੱਜ ਦਾ ਕੁਐਸਚਨ ਇਹ ਸੀ ਤੁਹਾਡੇ ਕੋਲ। ਤੁਸੀਂ ਬਸ ਆਪਣੀ, ਰੱਬ ਨੇ ਤੁਹਾਨੂੰ ਸੁਮਤ ਬਖਸ਼ੀ ਹੈ ਕਿ ਤੁਸੀਂ ਆਪਣੇ ਕੀਮਤੀ ਕੰਮ ਚੋਂ, ਬਿਜ਼ਨਸ ਚੋਂ ਜਾਂ ਜਿੱਥੋਂ ਵੀ ਪਰਿਵਾਰ ਚੋਂ ਟਾਈਮ ਕੱਢ ਕੇ ਸੇਵਾ ਕਰਦੇ ਹੋ। ਆਪਣੀ ਉਸ ਸੇਵਾ ਦੇ ਅਣਖ ਦੇ ਮਾਣ ਵਿੱਚ ਰਹਿਣਾ ਚਾਹੀਦਾ ਨਾ। ਬਿਲਕੁਲ ਸੋਹਣੀ। ਕਈਆਂ ਕੋਲ ਟਾਈਮ ਵੀ ਹੁੰਦਾ ਉਹ ਫਿਰ ਵੀ ਨਹੀਂ ਕਰਦੇ, ਕਈਆਂ ਨੂੰ ਕੰਪਿਊਟਰ ਆਉਂਦਾ ਉਹ ਫਿਰ ਵੀ ਨਹੀਂ ਕਰਦੇ। ਰੱਬ ਨੇ ਤੁਹਾਨੂੰ ਸੁਮਤ ਬਖਸ਼ੀ ਹੈ ਤੇ ਕਰੀ ਜਾਓ। ਈਵਨ ਮੈਂ ਆਪੇ ਕਹਦੇ ਮੈਂ ਆਪਣੀ ਲਾਈਫ ਵਿੱਚ ਇੰਨੀ ਪੜ੍ਹਾਈ ਨਹੀਂ ਕੀਤੀ ਅਤੇ ਆਉਂਦੀ ਵੀ ਨਹੀਂ ਹੈਗੀ। ਇਹ ਸਿਰਫ ਜਿਹੜਾ ਕ੍ਰੈਡਿਟ ਹੈਗਾ ਸਾਰਾ ਮੈਂ ਸਵੀਡਨ ਸੰਗਤ ਔਰ ਨਰਿੰਦਰ ਵੀਰ ਜੀ ਦਾ ਬਹੁਤ ਸਹਿਯੋਗ ਹੈ ਇਸ ਵਿੱਚ, ਜੋ ਕਿ ਨਰਿੰਦਰ ਵੀਰ ਜੀ ਨੇ ਇਸ ਚੀਜ਼ ਦਾ ਮੇਰਾ ਬੜਾ ਵੱਡਾ ਸਾਥ ਦਿੱਤਾ। ਨਰਿੰਦਰ ਜੀ ਦਾ ਔਰ ਸਾਰੀਆਂ ਸੰਗਤਾਂ ਦਾ ਧੰਨਵਾਦ ਜੋ ਤੁਹਾਨੂੰ ਇਹ ਸੇਵਾ ਪੱਲੇ ਪਈ ਹੈ। ਚੜ੍ਹਦੀ ਕਲਾ, ਬਸ ਨਮਰਤਾ 'ਚ ਰਹਿਣਾ ਹੈ ਨਾ। ਥੈਂਕ ਯੂ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मेरा जी सवाल नहीं है, मैं गुरबाणी में मैंने पूछा चाह रहा। अपना नाम आपन पहले किया कछु न होए, जैसे पुरानी लोचे कोय। अपना नाम बोलो। त्रिलोक से। ਮਾਨਯੋਗ ਤ੍ਰਿਲੋਕ ਸਿੰਘ ਜੀ, ਮੈਂ ਤੁਹਾਨੂੰ ਪਿਛਲੇ ਪ੍ਰੋਗਰਾਮ ਜਿਹੜਾ ਸਾਡਾ ਪਿਛਲਾ ਸਵੀਡਨ ਦਾ ਦੌਰਾ ਹੋਇਆ ਉਹਦੇ 'ਚ ਵੀ ਮਿਲਿਆ ਔਰ 3 ਦਿਨ ਗੁਰਦੁਆਰਾ ਪ੍ਰੋਗਰਾਮਾਂ 'ਚ ਵੀ ਮਿਲਿਆ ਔਰ ਇੱਕ ਘਰ 'ਚ ਪ੍ਰੋਗਰਾਮ ਹੋਇਆ ਉੱਥੇ ਵੀ ਮਿਲਿਆ। ਤੁਹਾਡਾ ਗੁਰਬਾਣੀ ਦੀ ਖੋਜ ਬਾਰੇ ਸ਼ੌਂਕ ਹੈ, ਹਮੇਸ਼ਾ ਤੁਸੀਂ ਇਸ ਦੇ ਬਾਰੇ ਵਿਚਾਰ ਸਾਂਝ ਕਰਦੇ ਹੋ। ਉਹਦੀ ਮੈਂ ਤੁਹਾਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਤੁਸੀਂ ਗੁਰਬਾਣੀ ਦੇ ਬਾਰੇ ਸਾਂਝ ਕਰਦੇ ਹੋ। अपन किया कछु न होए, जैसो पुरानी लोचे कोय। हाँ, ਆਪਣੀ ਮਨ ਕੀ ਮਤ ਦੀ ਮਰਜ਼ੀ ਦੇ ਨਾਲ ਕੋਈ ਇਨਸਾਨ ਰੱਬ ਜੀ ਨਾਲ ਇੱਕ ਮਿਕਤਾ ਪ੍ਰਾਪਤ ਨਹੀਂ ਕਰ ਸਕਦਾ। जैसो पुरानी ਕੋਈ ਜਿੰਨਾ ਮਰਜ਼ੀ ਸੋਚ ਲਵੇ, ਮਨ ਕੀ ਮਰਜ਼ੀ ਦੇ ਨਾਲ, ਉਹਨੂੰ ਕਹਿੰਦੇ ਨੇ ਮਨ ਕੀ ਮਤ। ਆਪਣੀ ਮਨ ਕੀ ਮਤ ਚਤਰਾਈਆਂ ਸਿਆਣਪਾਂ ਨਾਲ ਉੱਚਾ ਬੋਲ ਕੇ ਅਸੀਂ ਦੂਜੇ ਨੂੰ ਚੁੱਪ ਕਰਾ ਸਕਦੇ ਹਾਂ। ਉੱਚਾ ਬੋਲ ਕੇ 4 ਗਾਲਾਂ ਕੱਢ ਕੇ ਦੂਜੇ ਨੂੰ ਚੁੱਪ ਕਰਾ ਸਕਦੇ ਹਾਂ। ਆਪਣੀ ਬਰਾਦਰੀ ਦੇ ਔਰ ਆਪਣੀ ਮੈਜੋਰਿਟੀ ਦੇ ਜ਼ੋਰ ਦੇ ਨਾਲ ਸਾਰਿਆਂ ਦੇ ਉੱਤੇ ਦਬਦਬਾ ਪਾ ਸਕਦੇ ਹਾਂ। ਜਾਂ ਘਰ ਦਾ ਵੱਡਾ ਬਾਕੀਆਂ ਨੂੰ ਗੁੱਸੇ ਦੇ ਨਾਲ ਮਿਆਉ ਬਿੱਲੀ ਬਣਾ ਸਕਦਾ ਹੈ, ਪਰ ਅੰਦਰ ਦੇ ਰੱਬ ਜੀ ਦੇ ਨਾਲ ਇੱਕ ਮਿਕਤਾ, ਚੈਨ, ਵਨਨੈਸ ਵਿਦ ਗੋਡ, ਐਕਸਟੈਸੀ ਵਾਲਾ ਸੁਖ ਪ੍ਰਾਪਤ ਨਹੀਂ ਕਰ ਸਕਦਾ। ਜਦੋਂ ਅਸੀਂ ਇਹ ਲਫ਼ਜ਼ ਵਰਤਦੇ ਹਾਂ, ਫਲਾਣੇ ਨੇ ਬੇਈਮਾਨੀ ਕੀਤੀ ਔਰ ਉਹ ਦੇਖੋ ਵੱਧਦਾ ਫੁੱਲਦਾ ਪਿਆ ਹੈ ਜੀ। ਜਿਹੜੇ ਬੇਈਮਾਨੀਆਂ ਕਰਦੇ ਨੇ ਉਹ ਏਅਰ ਕੰਡੀਸ਼ਨ ਕਾਰਾਂ ਵਿੱਚ ਔਰ ਏਅਰ ਕੰਡੀਸ਼ਨ ਘਰਾਂ 'ਚ ਰਹਿੰਦੇ ਨੇ, ਅਤੇ ਜਿਹੜੇ ਮਿਹਨਤਾਂ ਕਰਦੇ ਨੇ ਉਹ ਸੜਕਾਂ 'ਤੇ ਧੱਕੇ ਖਾ ਰਹੇ ਨੇ। ਜਦੋਂ ਅਸੀਂ ਇਹ ਲਫ਼ਜ਼ ਵਰਤਦੇ ਹਾਂ ਨਾ, ਸਾਨੂੰ ਉਹ ਏਅਰ ਕੰਡੀਸ਼ਨ ਕਾਰ ਵਿੱਚ ਬੈਠੇ ਹੋਏ ਦੀ ਮਨ ਦੀ ਅਪਸੈਟ ਦੀ ਅਵਸਥਾ ਬਾਰੇ ਨਹੀਂ ਪਤਾ। ਅੰਦਰੋਂ ਸੰਤੋਖ, ਅੰਦਰੋਂ ਸਬਰ, ਅੰਦਰੋਂ ਰੱਬ ਜੀ ਨਾਲ ਇੱਕ ਮਿਕਤਾ, ਅੰਦਰੋਂ ਖੇੜਾ ਪ੍ਰਾਪਤ ਨਹੀਂ ਹੋ ਸਕਦਾ। ਜੇ ਸੋ ਪ੍ਰਾਣੀ ਲੋਚੈ ਕੋਏ। ਕੋਈ ਵੀ ਰੱਬ ਨਾਲ ਇੱਕ ਮਿਕਤਾ ਪ੍ਰਾਪਤ ਨਹੀਂ ਕਰ ਸਕਦਾ ਜਦੋਂ ਤੱਕ ਮਨ ਦੀ ਕੂੜ ਰੱਬ ਦੀ ਰਜ਼ਾ ਅਨੁਸਾਰ ਉਤਾਰੇਗਾ ਨਹੀਂ।
ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ, ਕੂੜ ਦੀ ਪਾਲ ਉਤਰੇਗੀ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਸੋ ਮਨ ਕੀ ਮਤ ਦੇ ਬਦਲੇ ਕਰਮਾਂ ਕਾਂਡਾਂ ਦੇ ਨਾਲ, ਚਤਰਾਈਆਂ ਸਿਆਣਪਾਂ ਨਾਲ, ਉੱਚਾ ਬੋਲਣ ਦੇ ਨਾਲ, ਗਾਲਾਂ ਕੱਢਣ ਦੇ ਨਾਲ, ਕਿਸੇ ਵੀ ਚਤਰਾਈ ਸਿਆਣਪ ਦੇ ਨਾਲ, ਕਰਮ ਕਾਂਡ ਤੇ ਪਾਖੰਡ ਦੇ ਨਾਲ ਕੋਈ ਨਹੀਂ ਪ੍ਰਾਪਤ ਕਰ ਸਕਦਾ। ਜੇ ਸੋ ਪ੍ਰਾਣੀ ਲੋਚੈ ਕੋਏ।